सतनाम वाहिगुरु साहिब जी। फिरत फिरत प्रभ आया, परया तो सरनाए। नानक की प्रभ बेनती, अपनी भगति लाए। कृपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गते ही। कई जन्म पय कीट पतंगा, कई जन्म गजमीन कुरंगा। कई जन्म पंखी सर्प होयो, कई जन्म हैवर बृख जोयो। मिल जगदीश मिलन की बरिया, चिरंकाल यह देह संजरिया। बेसुमार अथाह अगनत अतुल, जो बुलावो त्यों नानक दास बोले। सतनाम वाहिगुरु साहिब जी। सैना साध समूह सूर अजितं, सन्नाहं तन निम्रतः। सैना साध समूह सूर अजितं, सन्नाहं तन निम्रतः। आवदह गुण गोबिंद रमणं, ओट गुर शब्द कर चरमणः। आरूढ़ ते असव रथ नागह, भुजन्ते प्रभ मार्गः। विचरते निर्भयं शत्रु सेना, तायन्ते गोपाल कीर्तनः। जितते विश्व संसारः नानक, वश्यं करोत पंच तस्करः। जितते विश्व संसारः नानक, वश्यं करोत पंच तस्करः। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, किरपा निध दया निध करुणा निध गुण निध महिमा निध सतगुरु श्री गुरु ग्रंथ साहिब जी दीन दयाल पातशाह, जिन्हां दी अपार मेहरामत है। सतगुरु साहिब जी ने सानू सब दे उपर दया बख्शिश करके, मेहर भरी नदर करके अपनी पावन पवित्र हजूरी विच जुड़ बैठण दा बल उदम बख्शिश करके
ਮਨ ਦੇ ਤਲ 'ਤੇ ਗੁਰੂ ਸ਼ਬਦ ਦੀ ਸਾਧਨਾ ਕਰਨ ਦਾ, ਸੁਰਤ ਨੂੰ ਉਚੇਰਿਆਂ ਕਰਦਿਆਂ ਹੋਇਆਂ ਗੁਰਮੁਖਾਂ ਦੀ ਨਿਆਈ ਸਾਧਨਾ ਕਰਨ ਦਾ ਬਲ ਅਵਸਰ ਬਖਸ਼ਿਸ਼ ਕੀਤਾ ਹੈ। ਅਸੀਂ ਸਭ ਸਤਿਗੁਰੂ ਕੀ ਸਤਸੰਗਤ ਰੂਪ ਜੁੜ ਬੈਠ ਕੇ ਸਤਿਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਬੜੇ ਸੁਭਾਗਸ਼ਾਲੀ ਹਾਂ। ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਿ ਅਨੰਤ ਜੂਨਾਂ ਦੇ ਭਟਕਣ ਤੋਂ ਬਾਅਦ ਅਕਾਲ ਪੁਰਖ ਦੀ ਮਿਹਰ ਨਵਾਜਿਸ਼ ਦੇ ਅਨੁਸਾਰ ਇਸ ਸਾਰੀ ਭਟਕਣਾਂ ਦੇ ਚੱਕਰ ਤੋਂ ਮੁਕਤ ਹੋਣ ਦੇ ਲਈ ਮਨੁੱਖਾ ਜਨਮ ਦੁਰਲੱਭ ਅਵਸਰ ਪ੍ਰਾਪਤ ਹੋਇਆ ਹੈ। ਇਸ ਦੁਰਲੱਭ ਅਵਸਰ ਦਾ ਜੇ ਮਨੁੱਖ ਇਸ ਵਾਰੀ ਲਾਭ ਖੱਟ ਲਵੇ, ਜੇ ਇਸ ਦੁਰਲੱਭ ਅਵਸਰ ਦੇ ਮਨੋਰਥ ਦੀ ਸੋਝੀ ਆ ਜਾਵੇ ਤਾਂ ਇਹ ਦੁਰਲੱਭ ਅਵਸਰ ਮਿਲਿਆ ਸਫਲ ਹੈ। ਜਿਵੇਂ ਵਿੱਦਿਅਕ ਤੌਰ 'ਤੇ ਕਈ ਵਾਰੀ ਵਿਦਿਆਰਥੀ 3-4 ਮੌਕਿਆਂ 'ਤੇ ਅਸਫਲ ਹੋ ਜਾਂਦੇ ਨੇ, ਫਿਰ ਉਹਨਾਂ ਦੀ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਜਿਹੜੇ ਵਿੱਦਿਅਕ ਪ੍ਰਬੰਧ ਵਾਲੇ ਹਨ ਉਹ ਇੱਕ ਐਸਾ ਮੌਕਾ ਦਿੰਦੇ ਹਨ ਜਿਹਨੂੰ ਉਹ ਗੋਲਡਨ ਚਾਂਸ ਕਹਿੰਦੇ ਨੇ ਕਿ ਜੇ ਇਸ ਵਾਰੀ ਤੁਸੀਂ ਆਪਣੀ ਜਿਹੜੀ ਬਾਰ-ਬਾਰ ਅਸਫਲ ਹੋਣ ਵਾਲੀ ਗੱਲ ਹੈ, ਜੇ ਉਸ ਨੂੰ ਖਤਮ ਕਰਕੇ ਸਫਲ ਹੋ ਜਾਂਦੇ ਹੋ ਤਾਂ ਇਹੀ ਇੱਕ ਮੌਕਾ ਹੈ। ਨਹੀਂ ਤਾਂ ਦੁਬਾਰਾ ਉਸੇ ਹੀ ਜੋ ਵੀ ਪੜ੍ਹਾਈ ਜਿਸ ਤਰ੍ਹਾਂ ਦੀ ਉਹਦੇ ਵਿੱਚ ਦੁਬਾਰਾ ਆਰੰਭ ਤੋਂ ਕੰਮ ਸ਼ੁਰੂ ਕਰਨਾ ਪਏਗਾ। ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਂਝ ਪਤਾ ਨਹੀਂ, ਹੁਣ ਇਹ ਨਿਸ਼ਚਿਤ ਨਹੀਂ ਹੈ ਕਿ ਅਸੀਂ ਤਮਾਮ ਜੂਨਾਂ ਦੇ ਵਿੱਚ ਭਟਕੇ ਹੋਈਏ। ਜਦ ਹੀ ਉਹਦੀ ਮਿਹਰ ਹੋਈ, ਉਸ ਨੇ ਅੰਸ਼ ਰੂਪ ਆਪਣੀ ਜੋਤ ਨੂੰ ਮਨੁੱਖ ਦੀ ਕਾਇਆ ਵਿੱਚ ਟਿਕਾ ਦਿੱਤਾ ਅਤੇ ਉਹਦਾ ਪ੍ਰਯੋਜਨ ਵੀ ਮਨੋਰਥ ਵੀ ਨਾਲ ਹੀ ਦ੍ਰਿੜ ਕਰਵਾ ਦਿੱਤਾ। ਹੋਰ ਸੰਸਾਰ ਸਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਵਿੱਚ ਸਹਾਇਕ ਹੋ ਸਕਦਾ ਹੈ। ਸਾਡੇ ਅਧਿਆਤਮਿਕ ਜੀਵਨ ਦੀ ਜੋ ਪ੍ਰਾਪਤੀ ਹੈ ਉਹਦੇ ਵਿੱਚ ਕੇਵਲ ਸਤਸੰਗਤ ਹੀ ਸਹਾਇਕ ਹੈ। ਸਤਸੰਗਤ ਦੇ ਵਿੱਚ ਬੈਠਣ ਨਾਲ, ਸਤਸੰਗੀਆਂ ਦੇ ਨਾਲ ਜੁੜਨ ਦੇ ਨਾਲ ਹੀ ਮਨੁੱਖ ਦੇ ਅਧਿਆਤਮਿਕ ਪ੍ਰਾਪਤੀ ਦਾ, ਅਧਿਆਤਮਿਕ ਜੀਵਨ ਦਾ ਕੋਈ ਕਾਰਜ ਸਵਰਦਾ ਹੈ। ਸਤਿਗੁਰੂ ਕਿਰਪਾ ਕਰਨ ਦੁਰਲੱਭ ਮਨੁੱਖਾ ਜਨਮ ਦੇ ਅਵਸਰ ਦੀ ਸਾਨੂੰ ਸਾਰਿਆਂ ਨੂੰ ਦੀਰਘ ਸੋਝੀ ਆ ਜਾਵੇ ਅਤੇ ਗੁਰ ਸ਼ਬਦ ਦੀ ਸਾਧਨਾ ਕਰਦਿਆਂ ਹੋਇਆਂ ਇਸ ਦੁਰਲੱਭ ਅਵਸਰ ਨੂੰ ਸਫਲ ਕਰਨ ਦਾ ਯਤਨ ਕਰੀਏ ਜੀ। ਪਾਵਨ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾਹੰ ਤਨ ਨਿਮਰਤః। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਸਾਡੇ ਸੰਸਾਰੀ ਜੀਵਾਂ ਦੇ ਉਦਾਰ ਹਿੱਤ ਉਚਰਿਤ ਪਾਵਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਕੱਲ੍ਹ ਵਾਲੇ ਸ਼ਲੋਕਾਂ ਦੀ ਵਿਆਖਿਆ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਪਿਆਰੇ, ਬੰਦਗੀ ਦੇ ਵਿੱਚ ਰਤੇ, ਪਰਉਪਕਾਰੀ ਸੁਭਾਅ ਵਾਲੇ ਗੁਰਮੁਖਾਂ ਭਾਵ ਕੇ ਸੰਤ ਜਨਾਂ ਦੇ ਜੀਵਨ ਦੇ ਲੱਛਣ ਦਰਸਾ ਕੇ ਉਹਨਾਂ ਦੇ ਜੀਵਨ ਦੀ ਉੱਚਤਾ ਨੂੰ ਸਾਡੇ ਸਾਹਮਣੇ ਪ੍ਰਗਟ ਕੀਤਾ ਸੀ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਸਹਿਣਸ਼ੀਲ ਸੰਤੰ ਸਮ ਮਿਤਰਸ ਦੁਰਜਨਹ, ਕਿ ਕਿਵੇਂ ਸੰਤ ਜਨ ਨਿਰਵੈਰ ਹੁੰਦੇ ਹਨ, ਸਮਦ੍ਰਿਸ਼ਟ ਹੁੰਦੇ ਹਨ, ਕਿਵੇਂ ਉਸਤਤ ਨਿੰਦਾ ਦੁੱਖ ਸੁੱਖ ਹਰਖ ਸੋਗ ਲੋਭ ਤ੍ਰਿਸ਼ਨਾ ਆਦਿਕ ਦੇ ਸਾਰੇ ਪੱਧਰਾਂ ਤੋਂ ਉਚੇਰਾ ਜੀਵਨ ਬਤੀਤ ਕਰਕੇ ਅਤੇ ਜਗਤ ਦੇ ਵਿੱਚ ਇੱਕ ਰੱਬੀ ਜੀਵਨ ਦੀ ਮਿਸਾਲ ਕਾਇਮ ਕਰਦੇ ਹਨ। 2 ਸ਼ਲੋਕਾਂ ਦੁਆਰਾ ਆਪ ਜੀ ਨੇ ਭਾਵ ਸ਼ਰਵਣ ਕੀਤੇ ਸੀ। ਅੱਜ ਦੇ ਸ਼ਲੋਕ ਦੁਆਰਾ ਵੀ 29ਵੇਂ ਸ਼ਲੋਕ ਦੀ ਆਰੰਭਤਾ 'ਤੇ ਸਤਿਗੁਰੂ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾਹੰ ਤਨ ਨਿਮਰਤః। ਜਿਵੇਂ ਆਮ ਕਰਕੇ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ
ਸੰਸਾਰ ਦੇ ਕੁੱਲ ਸੰਸਾਰ ਭਰ ਦੇ ਵਿੱਚ ਅਨੇਕਾਂ ਦੇਸ਼ ਨੇ। ਅਨੇਕਾਂ ਦੇਸ਼ਾਂ ਦੇ ਆਪੋ ਆਪਣੇ ਕਾਨੂੰਨੀ, ਰੱਖਿਆ, ਆਰਥਿਕ, ਸੱਭਿਆਚਾਰਕ, ਹੋਰ ਸਾਰੇ ਪ੍ਰਕਾਰ ਦੇ ਆਪੋ ਆਪਣੇ ਕਾਨੂੰਨ ਅਤੇ ਵਿਧਾਨ ਹਨ। ਉਸ ਦੇ ਵਿੱਚ ਰੱਖਿਆ ਦੇ ਤਹਿਤ ਹਰੇਕ ਦੇਸ਼ ਦੇ ਪਾਸ ਇੱਕ ਵਿਸ਼ੇਸ਼ ਪ੍ਰਕਾਰ ਦੀਆਂ ਸੈਨਾਵਾਂ ਹੁੰਦੀਆਂ ਨੇ ਜੋ ਉਸ ਦੇਸ਼ ਨੂੰ ਬਾਹਰੀ ਹਮਲਿਆਂ ਤੋਂ ਬਚਾਉਂਦੀਆਂ ਨੇ। ਤਾਂ ਇਹ ਤਾਂ ਹੈ ਸੰਸਾਰ ਦੇ ਨੁਕਤੇ ਤੋਂ ਕਿ ਸੰਸਾਰ ਦੇ ਦੁਸ਼ਮਣ ਵੀ ਬਾਹਰੀ ਨੇ ਅਤੇ ਸੰਸਾਰ ਨੇ ਰੱਖਿਆ ਕਰਨ ਵਾਲੇ ਵੀ ਬਾਹਰੀ ਤੌਰ 'ਤੇ ਹੀ ਖੜ੍ਹੇ ਕਰਨੇ ਹਨ, ਪੈਦਾ ਕਰਨੇ ਹਨ। ਹੁਣ ਸ਼ਬਦ ਗੁਰੂ ਸਾਹਿਬ ਜੀ ਸ਼ਲੋਕ ਦੁਆਰਾ ਜ਼ਿਕਰ ਕਰਦੇ ਹਨ ਕਿ ਜਿਵੇਂ ਆਮ ਇੱਕ ਰਾਜੇ ਦੀ ਸੈਨਾ ਹੁੰਦੀ ਉਹਦੀ ਰੱਖਿਆ ਦੇ ਲਈ, ਇਸੇ ਪ੍ਰਕਾਰ ਇਸ ਜਗਤ ਦੇ ਵਿੱਚ ਧਰਮ ਦਾ ਪ੍ਰਸਾਰ ਹੋਵੇ, ਮਾਨਵਤਾ ਨੂੰ ਰੱਬੀ ਗੁਣਾਂ ਦੀ ਸੋਝੀ ਆਵੇ, ਸਾਰੀ ਮਨੁੱਖਤਾ ਦਾ ਵਕਾਰਾਂ ਦੀ ਜਿਹੜੀ ਸੈਨਾ ਹੈ ਉਹਦੇ ਤੋਂ ਰੱਖਿਆ ਹੋਵੇ। ਇਸ ਕਰਕੇ ਪਰਮੇਸ਼ਰ ਨੇ ਸੰਤਾਂ ਦੀ ਸੈਨਾ ਸਾਜੀ ਹੈ। ਇਹ ਸੰਤਾਂ ਦੀ ਸੈਨਾ ਐਸੀ ਹੈ ਕਿ ਜਿਹਦੇ ਝੁੰਡ ਨਹੀਂ ਮਿਲਦੇ, ਜਿਹਦੇ ਕੋਈ ਬਹੁਤੇ ਵੱਡੇ ਸਮੂਹ ਨਹੀਂ ਹੁੰਦੇ, ਜਾਂ ਥਾਂ ਥਾਂ ਇਹਦਾ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਮਿਲਦਾ। ਇਹ ਤਾਂ ਕੇਵਲ ਅਗਰ 1 ਕਰੋੜ ਦੇ ਮਗਰ ਵੀ ਇੱਕ ਹੋਵੇ ਤਾਂ ਵੀ ਉਧਾਰ ਕਰਨ ਵਾਲਾ ਸક્ષਮ ਹੁੰਦਾ ਹੈ। ਗੁਰਬਾਣੀ 'ਚ ਵਾਕ ਹੈ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ। ਜੇ ਇੱਕ ਵੀ ਇਸ ਤਰ੍ਹਾਂ ਦਾ ਕਰੋੜਾਂ ਮਗਰ ਹੋਵੇ ਅਤੇ ਉਹ ਸਾਰੀ ਸ੍ਰਿਸ਼ਟੀ ਨੂੰ ਤਾਰ ਲੈਣ ਦੇ, ਮਾਇਆ ਦੇ ਪ੍ਰਭਾਵ ਤੋਂ ਰੋਕ ਲੈਣ ਦੇ ਸਮਰੱਥ ਹੈ। ਤਾਂ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੀ ਸੈਨਾ ਉਸ ਦੇ ਸੰਤ ਜਨ ਹੁੰਦੇ ਹਨ। ਜਿਵੇਂ ਇੱਕ ਸੈਨਿਕ ਨੂੰ ਦੇਸ਼ ਦਾ ਕਾਨੂੰਨ ਭਰਤੀ ਕਰਦਾ, ਉਹਦਾ ਬਾਕਾਇਦਾ ਪ੍ਰਸ਼ਿਕਸ਼ਣ, ਉਹਦੀ ਟ੍ਰੇਨਿੰਗ, ਸਭ ਕੁਝ ਉਸ ਨੂੰ ਉਪਲਬਧ ਕਰਵਾ ਕੇ ਫਿਰ ਉਸ ਨੂੰ ਇੱਕ ਬਹੁਤ ਵੱਡੀਆਂ ਸਹੂਲਤਾਂ ਵੀ ਪ੍ਰਦਾਨ ਕਰਵਾਉਂਦਾ ਹੈ। ਇਸੇ ਪ੍ਰਕਾਰ ਜਿਵੇਂ ਕੱਲ੍ਹ ਦੀ ਵਿਆਖਿਆ ਦੁਆਰਾ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਜਿਸ ਨੇ ਸੰਤ ਦੇ ਤੌਰ 'ਤੇ ਆਪਣੀ ਸ਼ਖਸੀਅਤ ਦਾ ਨਿਰਮਾਣ ਕਰਨਾ ਹੈ, ਉਹ ਸੰਸਾਰਿਕ ਤਲ ਤੋਂ ਉੱਠ ਕੇ ਜਗਿਆਸਤਾ ਨੂੰ ਧਾਰਨ ਕਰਦਾ, ਫਿਰ ਸਾਧਨਾਗਤ ਹੁੰਦਾ ਹੈ ਅਤੇ ਫਿਰ ਉਸ ਨੂੰ ਜੀਵਨ ਭਰ ਸਾਧਨਾ ਕਰਨ ਉਪਰੰਤ ਸੰਤ ਪਦਵੀ ਦਾ ਆਵਾਸ ਹੁੰਦਾ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸੈਨਾ ਸਾਧ ਸਮੂਹ ਸੂਰ ਅਜਿਤੰ, ਕਿ ਪਰਮੇਸ਼ਰ ਦੇ ਪਿਆਰੇ ਸਦਾ ਬੰਦਗੀ ਦੇ ਵਿੱਚ ਰੱਤੇ ਰਹਿਣ ਵਾਲੇ ਉਸ ਪਰਮੇਸ਼ਰ ਦੀ ਸੈਨਾ ਹੈ। ਸਤਿਗੁਰੂ ਸਾਹਿਬ ਜੀ ਨੇ ਇੱਥੇ ਸੂਰਬੀਰ ਸ਼ਬਦ ਦੇ ਵਿੱਚ ਜ਼ਿਕਰ ਕਰ ਰਹੇ ਹਨ। ਜਦ ਪਾਵਨ ਗੁਰਬਾਣੀ ਪੜ੍ਹੀਏ ਤਾਂ ਸਾਨੂੰ ਸਤਿਗੁਰੂ ਨੇ ਸਾਡੇ ਜੀਵਨ ਦੇ ਜੂਝਣ ਦਾ ਖੇਤਰ ਵੀ ਹੋਰ ਦੱਸਿਆ ਹੈ। ਆਮ ਕਰਕੇ ਮਨੁੱਖ ਸਮਝਦਾ ਹੈ ਸ਼ਾਇਦ ਬਾਹਰੀ ਤੌਰ 'ਤੇ ਕਿਸੇ ਚੀਜ਼ ਨਾਲ ਜੂਝਣਾ, ਭ੍ਰਿਸ਼ਟਾਚਾਰ ਦੇ ਨਾਲ, ਹੋਰ ਲੋਕਾਂ ਆਦਿਕ ਦੇ ਜਿਹੜੇ ਸੁਭਾਅ ਨੇ ਉਹਨਾਂ ਦੇ ਨਾਲ। ਪਰ ਜਦੋਂ ਅਧਿਆਤਮਿਕ ਤਲ 'ਤੇ ਮਨੁੱਖ ਜਾਗਦਾ ਹੈ ਫਿਰ ਉਸ ਨੂੰ ਅੰਦਰੂਨੀ ਰੂਪ ਦੇ ਵਿੱਚ ਸੂਰਬੀਰ ਬਣਨਾ ਪੈਂਦਾ ਹੈ। ਫਿਰ ਉਹਨੂੰ ਜਿਹੜੀ ਸੋਝੀ ਆਉਂਦੀ ਹੈ ਉਹ ਗੁਰਬਾਣੀ ਵਿੱਚ ਇਸ ਪ੍ਰਕਾਰ ਵਰਣਨ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲੋਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖੈ ਆਪ ਜੀਓ। ਫਿਰ ਉਹਨੂੰ ਸਮਝ ਆਉਂਦੀ ਹੈ ਕਿ ਬਾਹਰੀ ਦੁਸ਼ਮਣ ਕੋਈ ਨਹੀਂ, ਅਸਲ 'ਚ ਇਹ ਸਾਰੇ ਦੁਸ਼ਮਣ ਅੰਦਰ ਨੇ ਅਤੇ ਅੰਦਰੂਨੀ ਤਲ 'ਤੇ ਹੀ ਇਹਨਾਂ ਦੇ ਨਾਲ ਸਿੱਝਣ ਦਾ ਯਤਨ ਕਰਨਾ ਪਏਗਾ। ਫਿਰ ਇਹਦੇ ਪ੍ਰਕਾਰ ਜ਼ਿਕਰ ਆਉਂਦਾ ਅਗਲੇ ਸ਼ਬਦ ਦੇ ਵਿੱਚ, ਵਾਤ ਵੱਜਣ ਢਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਤਾਂ ਕਹਿੰਦੇ ਫਿਰ ਗੁਰਸਿੱਖਾਂ ਨੂੰ ਆਭਾਸ ਹੁੰਦਾ ਹੈ ਕਿ ਜਿਵੇਂ ਅਖਾੜੇ ਦੇ ਵਿੱਚ 2 ਪਹਿਲਵਾਨ ਘੁਲਦੇ ਨੇ, ਜਿਹੜਾ ਜ਼ੋਰਾਵਰ ਹੋਵੇ ਕਈ ਵਾਰੀ ਇਸ ਤਰ੍ਹਾਂ ਦੀ ਤਕਨੀਕ ਵਰਤਦਾ ਹੈ ਕਿ ਦੂਜੇ ਪਹਿਲਵਾਨ ਨੂੰ ਪਟਕਾ ਕੇ ਧਰਤੀ 'ਤੇ ਮਾਰਦਾ, ਉਹਦੇ ਪ੍ਰਾਣ ਤੱਕ ਕੱਢ ਦਿੰਦਾ ਹੈ। ਇਸੇ ਪ੍ਰਕਾਰ ਕਈ ਵਾਰੀ ਵਕਾਰਾਂ ਦਾ ਇੰਨਾ ਜ਼ੋਰਦਾਰ ਹੱਲਾ ਮਨੁੱਖ ਦੇ ਜੀਵਨ 'ਚ ਹੁੰਦਾ ਹੈ ਕਿ ਜੀਵਨ ਭਰ ਦੀ ਕੀਤੀ ਬੰਦਗੀ, ਸਾਧਨਾ, ਧਰਮ ਦੇ ਕਮਾਏ ਹੋਏ ਨੇਮ ਇੱਕ ਖਿਣ ਦੇ ਵਿੱਚ ਹੀ ਉਹ ਚੂਰ ਚੂਰ ਹੋ ਜਾਂਦੇ ਨੇ। ਇਸ ਕਰਕੇ ਫਿਰ ਜਿਹੜਾ ਜਾਗਿਆ ਹੋਇਆ ਪੁਰਸ਼ ਹੈ ਸਤ ਸੰਗਤ ਦੇ ਤਲ 'ਤੇ, ਉਹ ਆਪਣੇ ਅੰਦਰੂਨੀ ਦੁਸ਼ਮਣਾਂ ਦੀ ਸੂਝ ਰੱਖ ਕੇ ਅੰਦਰੂਨੀ ਮੈਦਾਨ ਅਧਿਆਤਮਿਕ ਤਲ 'ਤੇ ਜੂਝਦਾ ਹੈ। ਹੁਣ ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਬਜੂਜਨ ਕੋ ਦਾਓ। ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦਾ ਸਾਰਾ ਵੇਰਵਾ ਬਿਉਰਾ ਪੜ੍ਹੀਏ, ਕਿਤੇ ਜ਼ਿਕਰ ਨਹੀਂ ਮਿਲਦਾ ਕਿ ਉਹਨਾਂ ਨੇ ਤਲਵਾਰ ਉਠਾ ਕੇ ਕੋਈ ਜੰਗ ਯੁੱਧ ਕੀਤਾ ਹੋਵੇ। ਤਾਂ ਹੁਣ ਇੱਥੇ ਉਹਨਾਂ ਦੇ ਕਥਨੀ ਦਾ ਕੀ ਭਾਵ ਇਹ ਹੈ ਕਿ ਜਦੋਂ ਆਤਮਿਕ ਤਲ 'ਤੇ ਮਨੁੱਖ ਜਾਗਦਾ ਹੈ
ਫਿਰ ਉਹਨੂੰ ਆਪਣੇ ਅਕੱਟ ਪ੍ਰਬਲ ਬਲਸ਼ਾਲੀ ਦੁਸ਼ਮਣਾਂ ਦੀ ਸੂਝ ਹੁੰਦੀ ਹੈ ਅਤੇ ਫਿਰ ਪਹਿਲੇ ਤਲ 'ਤੇ ਤਾਂ ਘਬਰਾ ਜਾਂਦਾ ਹੈ। ਫਿਰ ਉਸ ਨੂੰ ਪਤਾ ਲੱਗਦਾ ਕਿ ਅਸਲ ਸੂਰਬੀਰ ਜੇ ਆਤਮਿਕ ਤਲ 'ਤੇ ਜੂਝਾਂਗਾ ਤਾਂ ਹੀ ਬਣਾਂਗਾ। ਫਿਰ ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰਿਕ ਤਲ 'ਤੇ ਜੂਝਣ ਵਾਲੇ ਬੜੇ ਨੇ। ਸੰਸਾਰਿਕ ਤਲ ਦਾ ਮੈਦਾਨ ਵੀ ਸਪਸ਼ਟ ਹੈ, ਉਹਦੇ ਸ਼ਸਤਰ ਵੀ ਉਪਲਬਧ ਨੇ। ਅੰਦਰੂਨੀ ਤਲ ਦਾ ਤਾਂ ਪਹਿਲਾਂ ਮੈਦਾਨ ਹੀ ਪਹਿਚਾਣ 'ਚ ਨਹੀਂ ਆਉਂਦਾ ਕਿ ਕਿਸ ਜਗ੍ਹਾ ਯੁੱਧ ਲੜਨਾ ਹੈ, ਵੈਰੀਆਂ ਦਾ ਕੀ ਰੂਪ ਹੈ, ਸ਼ਸਤਰ ਕਿਹੜਿਆਂ ਦਾ ਪ੍ਰਯੋਗ ਕਰਨਾ ਹੈ, ਸਾਵਧਾਨੀ ਕਿਹੜੀ ਰੱਖਣੀ ਹੈ, ਇਹ ਤੋਂ ਯੁੱਧ ਵਿੱਚ ਲੜਨ ਦੀ ਤਕਨੀਕ ਇੱਥੋਂ ਸਿੱਖਣੀ ਹੈ। ਕਹਿੰਦੇ ਕੁਝ ਵੀ ਉਪਲਬਧ ਨਹੀਂ ਹੁੰਦਾ। ਇਸ ਕਰਕੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਕਿ ਆਤਮਿਕ ਤਲ ਦਾ ਰਣ ਖੇਤਰ ਭਖਿਆ ਹੋਇਆ ਹੈ। ਆਓ ਕੋਈ ਸੂਰਬੀਰ ਜਿਹੜਾ ਇਸ ਆਤਮਿਕ ਤਲ 'ਤੇ ਜੂਝ ਸਕੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਸੈਨਾ ਹੁਣ ਸੰਤ ਜਾਗਿਆ ਹੋਇਆ ਪੁਰਸ਼ ਹੁੰਦਾ। ਇਸੇ ਕਰਕੇ ਸ਼ਮਸ ਤਬਰੇਜ਼ ਨੇ ਆਪਣੀ ਰਚਨਾ ਦੇ ਵਿੱਚ ਕਿਹਾ ਹੈ ਕਿ ਸੂਰਬੀਰ ਉਹ ਹੈ ਜਿਹੜਾ ਪਹਿਲਾਂ ਆਪਣੀ ਖੁਦੀ ਨੂੰ ਮਾਰੇ। ਦੂਜੇ ਨੂੰ ਮਾਰਨਾ, ਦੂਜੇ ਉੱਪਰ ਹਿੰਸਾ ਕਰਨੀ, ਦੂਜੇ ਨੂੰ ਪਰਾਜਿਤ ਕਰਨਾ ਔਖਾ ਹੈ ਜਾਂ ਸੌਖਾ ਹੈ। ਤਾਂ ਜਿਹੜਾ ਆਪਣੇ ਆਪ ਨਾਲ ਜੂਝਣਾ, ਗੁਰਬਾਣੀ 'ਚ ਵਿਵਾਕ ਹੈ, ਗੁਰਮੁਖ ਮਨ ਸਿਉ ਰਗੜੈ ਲੁੱਝੈ ਸੰਸਾਰ। ਉਹਦੇ ਲਈ ਸੰਸਾਰ ਵਿੱਚ ਲੜਨ ਵਾਲਾ, ਸੰਸਾਰ ਦੇ ਵਿੱਚ ਖਹਿਬਾਜੀ ਵਾਲਾ ਕੋਈ ਇਨਸਾਨ ਉਹਦੇ ਲਈ ਉਪਲਬਧ ਨਹੀਂ ਹੁੰਦਾ। ਉਹਦਾ ਮਨ ਹੀ ਆਪਣੇ ਲਈ ਇੰਨਾ ਵਾਧੂ ਹੁੰਦਾ ਹੈ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੈਨਾ ਸਾਧ ਸਮੂਹ ਸੂਰ ਅਜਿਤੰ। ਅੱਜ ਦੇਖੋ ਹੁਣ ਇਹਦਾ ਬਾਹਰੀ ਪੱਖ ਦੀ ਚਰਚਾ ਕਰ ਲਈ ਜਾ। ਅੱਜ ਸੰਸਾਰ ਦੇ ਵਿੱਚ ਦੇਖਦੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਹਰੇਕ ਇਨਸਾਨ ਇੱਕ ਦੂਜੇ ਦਾ ਪ੍ਰਤੀਦਵੰਦੀ ਬਣਿਆ ਪਿਆ। ਕਿਤੇ ਲੋਭ ਕਰਕੇ ਇੱਕ ਦੂਜੇ ਦੇ ਨਾਲ ਮੁਕਾਬਲਾ ਚੱਲ ਰਿਹਾ, ਕਿਤੇ ਅਹੰਕਾਰ ਕਰਕੇ ਇੱਕ ਦੂਜੇ ਦੀ ਹਸਤੀ ਦਾ ਅਪਮਾਨ ਕੀਤਾ ਜਾ ਰਿਹਾ, ਕਿਤੇ ਕਾਮ ਦੀ ਤ੍ਰਿਸ਼ਨਾ ਕਰਕੇ ਦੂਜੇ ਦੇ ਜੀਵਨ ਦੀ ਮਾਣ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ। ਆਲੇ ਦੁਆਲੇ 'ਚ ਸਾਰਾ ਕੁਝ ਹੈ। ਹੁਣ ਇਸ ਗੱਲ ਨੂੰ ਸਮੇਟਣਾ, ਹੁਣ ਉਦਾਹਰਨ ਦੇ ਤੌਰ 'ਤੇ ਮਨੁੱਖ ਨੂੰ ਕ੍ਰੋਧ ਆਉਂਦਾ ਹੈ, ਮਨੁੱਖ ਬਾਹਰ ਦੋਸ਼ ਦਿੰਦਾ, ਤੇਰੇ ਕਰਕੇ ਮੈਨੂੰ ਗੁੱਸਾ ਆਇਆ। ਕਾਮ ਦੀ ਵਾਸਨਾ ਜਾਗਦੀ ਹੈ, ਇਸਤਰੀ ਦੇ ਤਲ 'ਤੇ ਉਂਗਲ ਕਰਦਾ ਕਿ ਇਹਦੇ ਕਰਕੇ ਕਾਮ ਵਾਸਨਾ ਉਤਪੰਨ ਹੋਈ। ਹੁਣ ਜਦੋਂ ਸੰਤਤਾਈ ਦਾ ਜੀਵਨ ਜਿਉਣਾ ਹੈ ਤਾਂ ਉਦੋਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਹੁਣ ਉਹ ਸੰਤ ਦਾ ਆਦਰਸ਼ ਤਾਂ ਸਾਡੇ ਸਾਹਮਣੇ ਰੱਖਤਾ, ਅਤੇ ਪਰ ਹੁਣ ਉਹ ਸੰਤ ਦੇ ਆਦਰਸ਼ ਨੂੰ ਕਮਾਉਣਾ ਕਿਵੇਂ ਹੈ, ਇਹ ਸਾਰੀ ਸੋਝੀ ਫਿਰ ਗੁਰੂ ਸ਼ਬਦ ਦੁਆਰਾ ਆਉਂਦੀ ਹੈ। ਅਤੇ ਫਿਰ ਮਨੁੱਖ ਜਦੋਂ ਇਸ ਨੁਕਤੇ ਤੋਂ ਸੰਤ ਦੇ ਭਾਵ ਨੂੰ ਜਾਣਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸੰਤ ਕੋਈ ਸਧਾਰਨ ਅਵਸਥਾ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੈਨਾ ਸਾਧ ਸਮੂਹ ਸੂਰ ਅਜਿਤੰ, ਔਰ ਅੱਗੇ ਸ਼ਬਦ ਹੈ ਸਾਧ ਸਮੂਹ, ਕਿ ਇਹ ਸਮੂਹ ਰੂਪ ਦੇ ਵਿੱਚ ਜਦੋਂ ਕਿ ਇਸੇ ਪ੍ਰਕਾਰ ਫਰਮਾਉਂਦੇ ਹਨ ਅਜਿਤੰ, ਭਾਵ ਕਿ ਉਹ ਨਾ ਜਿੱਤੇ ਜਾਣ ਵਾਲੇ ਹਨ। ਆਮ ਕਰਕੇ ਹਰੇਕ ਮਨੁੱਖ ਰੋਜ਼ਾਨਾ ਕਿਸੇ ਨਾ ਕਿਸੇ ਵਕਾਰ ਦੇ ਹੱਥੋਂ ਪਸਤ ਹੋ ਜਾਂਦਾ ਹੈ, ਕਿਸੇ ਨਾ ਕਿਸੇ ਵਕਾਰ ਦੇ ਹੱਥੋਂ ਉਹਦੀ ਹਾਰ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਜਿਤੰ, ਉਹ ਅਜਿੱਤ ਸੂਰਮੇ ਹਨ। ਜਿਵੇਂ ਪਹਿਲਾਂ ਜੰਗ ਯੁੱਧ ਲੜੇ ਜਾਂਦੇ ਸਨ ਤਾਂ ਕਈ ਐਸੇ ਸੂਰਬੀਰ ਸੈਨਾਪਤੀ ਹੁੰਦੇ ਸਨ, ਉਹਨਾਂ ਨੂੰ ਉਦੋਂ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਸੀ ਕਿ ਜਦੋਂ ਸਾਰੇ ਸਿਪਾਹੀ ਹਾਰ ਜਾਂਦੇ ਸਨ ਅਤੇ ਉਹਨਾਂ ਦਾ ਨਾਮ ਹੀ, ਵਿਸ਼ੇਸ਼ਣ ਹੀ ਅਜਿੱਤ ਹੋ ਜਾਂਦਾ ਸੀ ਕਿ ਨਾ ਜਿੱਤੇ ਜਾਣ ਵਾਲੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਜਿਤੰ। ਹੁਣ ਅਜਿਤੰ ਕਿਸ ਤਰ੍ਹਾਂ ਦੇ ਹਨ? ਹੁਣ ਇਸ ਤੋਂ ਪਹਿਲਾਂ ਇੱਕ ਨੁਕਤਾ ਬਾਕੀ ਰਹਿ ਗਿਆ ਕਿ ਆਮ ਸੰਸਾਰ ਦੇ ਸੂਰਬੀਰ ਹੁੰਦੇ ਹਨ, ਉਹਨਾਂ ਦੀ ਪਛਾਣ ਸਾਨੂੰ ਸੌਖੀ ਹੈ। ਜਿਹੜੇ ਅਧਿਆਤਮਿਕ ਤਲ ਦੇ ਸੂਰਬੀਰ ਹੁੰਦੇ ਹਨ, ਉਹਨਾਂ ਦੀ ਪਛਾਣ ਕੀ ਹੈ? ਉਹ ਪਦਾਰਥਕ ਤਲ ਦੀ ਬਜਾਏ ਆਤਮਿਕ ਤਲ 'ਤੇ ਜੀਵਨ ਜਿਉਂਦੇ ਹਨ। ਉਹ ਆਪਣੇ ਨਿੱਜ ਭਲੇ ਦੀ ਬਜਾਏ ਸੰਸਾਰ ਦੇ ਭਲੇ ਦੇ ਆਦਰਸ਼ ਨੂੰ ਸਾਹਮਣੇ ਰੱਖਦੇ ਹਨ। ਉਹ ਦੂਜੇ ਦੇ ਭਲੇ ਹਿੱਤ ਆਪਣੀ ਜਾਨ ਕੁਰਬਾਨ ਕਰਨ ਤੱਕ ਵੀ ਉਹਨਾਂ ਦੇ ਜੀਵਨ ਦਾ ਆਦਰਸ਼ ਚੱਲਿਆ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਜਿਤੰ, ਗੁਰਬਾਣੀ ਦਾ ਪਾਵਨ ਵਾਕ ਹੈ, ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਇ ਸ਼ਲੀਰੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਸੂਰਬੀਰ ਹਨ ਅਜਿਤੰ। ਭਾਵੇਂ ਸਾਰੇ ਸੰਸਾਰ ਨੂੰ ਵਕਾਰਾਂ ਨੇ ਹਰਾਇਆ ਹੋਇਆ ਹੈ, ਪਰ ਇਹ ਐਸੇ ਅਜਿੱਤ ਸੂਰਮੇ ਹਨ ਕਿ ਵਕਾਰ ਇਹਨਾਂ ਦੇ ਸਾਹਮਣੇ ਆ ਕੇ ਵੀ ਜਿਹੜੇ ਹਨ ਬੇਵੱਸ ਹੋ ਜਾਂਦੇ ਹਨ। ਸੰਨਾਹੰ ਤਨ ਨਿਮਰਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸਾਧਾਂ ਸੰਤਾਂ ਦੀ ਸੈਨਾ ਦੇ ਵਿੱਚ ਇਹਨਾਂ ਦੇ ਸਰੀਰ ਉੱਪਰ ਜਿਹੜੀ ਸੰਜੋਅ ਹੈ ਉਹ ਕਾਹਦੀ ਹੈ? ਨਿਮਰਤਾ, ਨਿਮਰਤਾ ਦੀ ਸੰਜੋਅ ਹੈ।
ਜਦੋਂ ਸੂਰਬੀਰ ਜੰਗ ਦੇ ਮੈਦਾਨ ਵਿੱਚ ਜੂਝਦੇ ਹਨ ਤਾਂ ਆਪਣੇ ਸਰੀਰ ਦੀ ਰੱਖਿਆ ਕਰਨ ਦੇ ਲਈ ਸਰੀਰ ਉੱਪਰ, ਸਿਰ ਉੱਪਰ, ਆਪਣੇ ਛਾਤੀ ਉੱਪਰ ਸੰਜੋਅ ਪਹਿਨਦੇ ਹਨ। ਲੋਹੇ ਦੀ ਇੱਕ ਮਜ਼ਬੂਤ ਜਾਲੀ ਜੀ ਤਣੀ ਹੁੰਦੀ ਹੈ, ਤਾਂ ਕਰਕੇ ਕਿ ਜੇ ਕੋਈ ਅਚਨਚੇਤ ਪਿੱਠ ਤੋਂ ਜਾਂ ਸਾਹਮਣੇ ਤੋਂ ਵਾਰ ਕਿਤੇ ਲੱਗ ਵੀ ਜਾਵੇ ਤਾਂ ਉਹ ਸਰੀਰ ਦਾ ਨੁਕਸਾਨ ਨਾ ਕਰ ਸਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੀ ਜਿਹੜੀ ਸੰਜੋਅ ਹੈ ਉਹ ਨਿਮਰਤਾ ਦੀ ਹੁੰਦੀ ਹੈ। ਹੁਣ ਨਿਮਰਤਾ ਦੀ ਸੰਜੋਅ ਦਾ ਕੀ ਭਾਵ ਇਹ ਹੈ? ਹੁਣ ਉਦਾਹਰਨ ਦੇ ਤੌਰ 'ਤੇ ਜਿਵੇਂ ਯੁੱਧ 'ਚ ਕਿਰਪਾਨ ਵਰਤੀ ਜਾਂਦੀ ਹੈ, ਅੱਗੇ ਸੰਜੋਅ ਪੈਣੀ ਹੈ, ਭਾਵੇਂ ਕਿੰਨੀਆਂ ਵੀ ਕਿਰਪਾਨਾਂ ਮਾਰ ਦਿਓ ਸਰੀਰ 'ਤੇ ਜ਼ਖਮ ਨਹੀਂ ਆਏਗਾ। ਇਸੇ ਪ੍ਰਕਾਰ ਜਦੋਂ ਸੰਸਾਰ ਨਿੰਦਿਆ, ਨਫ਼ਰਤ, ਈਰਖਾ ਦੇ ਵੱਸ ਹੋ ਕੇ ਸੰਤ ਦਾ ਅਪਮਾਨ ਕਰਦਾ ਹੈ ਜਾਂ ਉਹਨੂੰ ਦੁਖੀ ਕਰਨ ਦਾ ਜਾਂ ਚੋਟ ਪਹੁੰਚਾਉਣ ਦਾ ਯਤਨ ਕਰਦਾ ਹੈ, ਅਤੇ ਸੰਤ ਦੀ ਨਿਮਰਤਾ ਅੱਗੇ ਸੰਸਾਰ ਦੀ ਈਰਖਾ, ਨਫ਼ਰਤ ਬੇਵੱਸ ਹੋ ਜਾਂਦੀ ਹੈ। ਅਤੇ ਸੰਸਾਰ ਦੀ ਈਰਖਾ, ਨਫ਼ਰਤ ਦਾ ਸੰਤ ਦੀ ਨਿਮਰਤਾ ਰੂਪ ਸੰਜੋਅ ਉੱਪਰ ਕੋਈ ਜ਼ੋਰ ਨਹੀਂ ਚੱਲਦਾ। ਇਸ ਨੂੰ ਸਰਲ ਜਿਹਾ ਸਮਝਣਾ ਹੋਵੇ। ਕਈ ਵਾਰੀ ਘਰ ਦੇ ਵਿੱਚ ਕਿਸੇ ਬੰਦੇ ਨੂੰ ਗੁੱਸਾ ਆਇਆ ਹੋਵੇ ਨਾ, ਅਤੇ ਜਿਹਦੇ ਉੱਪਰ ਉਹਨੇ ਆਪਣਾ ਗੁੱਸਾ ਕੱਢਣਾ ਹੋਵੇ, ਜੇ ਅੱਗੋਂ ਉਹ ਹੱਸੀ ਜਾਵੇ ਜਾਂ ਥੋੜ੍ਹਾ ਨੋਰਮਲ ਜਿਹਾ ਰਵੇ, ਤਾਂ ਜਿਹਨੂੰ ਗੁੱਸਾ ਚੜ੍ਹਿਆ ਹੁੰਦਾ ਉਹ ਖੁਦ ਹੀ ਸ਼ਰਮਸਾਰ ਹੋ ਜਾਂਦਾ ਕਿ ਹੁਣ ਮੈਂ ਕੀ ਕਰਾਂ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੇ ਤਨ ਉੱਪਰ ਨਿਮਰਤਾ ਹੁੰਦੀ ਹੈ। ਕੋਈ ਜਿੰਨਾ ਮਰਜ਼ੀ ਯਤਨ ਕਰੇ ਹਿਰਦਾ ਦੁਖਾਉਣ ਦਾ, ਉਹਨਾਂ ਨੂੰ ਚੋਟ ਪਹੁੰਚਾਉਣ ਦਾ, ਕਿੰਨਾ ਮਾਣ ਅਪਮਾਨ ਕਰੇ, ਉਹਨਾਂ ਦੀ ਨਿਮਰਤਾ ਦਾ ਤਲ ਕਦੀ ਭੰਗ ਹੁੰਦਾ ਹੀ ਨਹੀਂ। ਔਰ ਦੂਜਾ ਨਿਮਰਤਾ ਦਾ ਪ੍ਰਯੋਜਨ ਇਹ ਹੈ ਕਿ ਨਿਮਰਤਾ ਉਹਨਾਂ ਦੇ ਪਾਸ ਤਾਣ ਸਾਰਾ ਹੁੰਦਾ ਹੈ, ਉਹ ਤਾਣ ਪ੍ਰਗਟ ਨਹੀਂ ਕਰਦੇ, ਉਹਨੂੰ ਨਿਮਰਤਾ ਹੇਠ ਰੱਖਦੇ ਨੇ। ਤਾਣ ਉਦੋਂ ਵਰਤਦੇ ਹਨ ਜਦੋਂ ਸੰਸਾਰ 'ਤੇ ਕੋਈ ਬੜਾ ਭਾਰੀ ਅਧਰਮ ਹੋ ਰਿਹਾ ਹੋਵੇ ਔਰ ਆਪਣੇ ਨਿੱਜ ਲਈ ਨਹੀਂ। ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ 'ਚ ਨਾ ਇੱਕ ਗੱਲ ਲਿਖੀ। ਕਹਿੰਦੇ ਪਹਿਲੀ ਗੱਲ ਤਾਂ ਸੂਰਮਾ ਕਿਹੋ ਜਿਹਾ ਹੁੰਦਾ ਹੈ? ਸੂਰਮਾ ਪੀਪੇ ਵਰਗਾ ਨਹੀਂ ਹੁੰਦਾ ਕਿ ਪੀਪੇ ਵਿੱਚ ਘਿਓ ਪਾਇਆ ਹੋਵੇ, ਜਰਾ ਜਿੰਨਾ ਸੇਕ ਲੱਗੇ ਅਤੇ ਘਿਓ ਪਿਘਲ ਜਾਵੇ। ਕਹਿੰਦੇ ਸੂਰਮੇ ਦੇ ਜਿਹੜਾ ਸਰੀਰ ਆ ਫੌਲਾਦ ਵਰਗਾ ਹੁੰਦਾ ਹੈ, ਅਤੇ ਉਹਦੇ ਅੰਦਰ ਜਿਹੜਾ ਬਲ ਹੈ ਉਹ ਬੜਾ ਸੰਯੁਜਤ ਰੂਪ ਵਿੱਚ ਪਿਆ ਹੁੰਦਾ ਹੈ। ਜਦੋਂ ਵਰ੍ਹਿਆਂ ਵੱਧ ਜ਼ੁਲਮ ਦੀ ਤਪਸ਼ ਵੱਧ ਜਾਂਦੀ, ਅਤਿਆਚਾਰ ਦੀ ਤਾਂ ਅਗਨ ਵੱਧ ਜਾਂਦੀ ਹੈ, ਫਿਰ ਪਹਿਲੀ ਗੱਲ ਤਾਂ ਸੂਰਮੇ ਨੂੰ ਕਹਿੰਦੇ ਕ੍ਰੋਧ ਆਉਂਦਾ ਨਹੀਂ, ਉਹਨੂੰ ਕ੍ਰੋਧ ਆਉਂਦਿਆਂ ਵੀ ਸਦੀਆਂ ਲੱਗ ਜਾਂਦੀਆਂ ਨੇ, ਅਤੇ ਜੇ ਆ ਜਾਵੇ ਤਾਂ ਫਿਰ ਉਸ ਨੂੰ ਠੰਡਿਆਂ ਹੁੰਦਿਆਂ ਵੀ ਕਈ ਸਦੀਆਂ ਲੱਗਦੀਆਂ ਹਨ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ, ਸੰਨਾਹਨ ਤਨ ਨਿਮਰਤਾ। ਹੁਣ ਨਿਮਰਤਾ ਦਾ ਦੂਜਾ ਗੁਣ ਕੀ ਹੈ ਕਿ ਸੰਸਾਰ ਵਿੱਚ ਹਰੇਕ ਮਨੁੱਖ ਆਪਣੀ ਹਸਤੀ ਨੂੰ ਅੱਗੇ ਅੱਗੇ ਚੁੱਕੀ ਫਿਰਦਾ ਹੈ। ਅਹੁਦਾ ਹੋਵੇ ਤਾਂ ਆਪਣੇ ਨਾਮ ਤੋਂ ਪਹਿਲਾਂ ਲਿਖੇਗਾ, ਜਾਤ ਹੋਵੇ ਤਾਂ ਆਪਣੇ ਨਾਮ ਤੋਂ ਪਹਿਲਾਂ ਲਿਖੇਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੀ ਤਨ ਨਿਮਰਤਾ ਹੁੰਦੀ ਹੈ, ਆਪਣੀ ਹਸਤੀ ਨੂੰ ਜਣਾਉਂਦੇ ਹੀ ਨਹੀਂ ਹਨ, ਤਾਂ ਕਰਕੇ ਕਿਸ ਜਗਤ ਦੇ ਵਿੱਚ ਬੋਝ ਨਹੀਂ ਪੈਣਾ। ਹੁਣ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਿਮਰਤਾ ਦਾ ਵੀ ਇੱਕ ਢੰਗ ਸਿਖਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮੁਲਤਾਨ ਗਏ, ਉੱਥੋਂ ਦੇ ਪੀਰਾਂ ਨੇ ਦੁੱਧ ਦਾ ਕਟੋਰਾ ਭੇਜ ਦਿੱਤਾ ਕਿ ਸਾਡੇ ਤਾਂ ਇੱਥੇ ਅੱਗੇ ਹੀ ਬੜੇ ਪੀਰ ਨੇ, ਤੁਹਾਡੇ ਰਹਿਣ ਜੋਗੀ ਥਾਂ ਨਹੀਂ। ਭਾਈ ਮਰਦਾਨਾ ਜੀ ਨਿਕਟ ਬੈਠੇ ਸਨ। ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਇਹ ਰਮਜ ਬੁੱਝੀ ਜੇ? ਕਹਿਣ ਲੱਗੇ, ਦਾਤਾ ਮੈਨ ਜਾਣ ਜੀਵ ਨਹੀਂ ਜਾਣ ਸਕਦਾ, ਕੀ ਰਮਜ ਹੈ? ਕਹਿੰਦੇ ਉਹਨਾਂ ਨੇ ਦੁੱਧ ਦਾ ਕਟੋਰਾ ਉੱਪਰ ਨੱਕੋ ਨੱਕ ਭੇਜਿਆ ਕਿ ਸਾਡੇ ਇੱਥੇ ਕਿਸੇ ਹੋਰ ਨਵੇਂ ਪੀਰ ਮੁਰਸ਼ਦ ਦੇ ਰਹਿਣ ਲਈ ਥਾਂ ਨਹੀਂ ਹੈ, ਇਹ ਅੱਗੇ ਪੀਰਾਂ ਫਕੀਰਾਂ ਨਾਲ ਭਰਪੂਰ ਧਰਤੀ ਹੈ। ਤਾਂ ਹੁਣ ਇਹਦਾ ਜਵਾਬ ਭੇਜਣਾ ਹੈ। ਨੇੜਿਓਂ ਸਤਿਗੁਰੂ ਸਾਹਿਬ ਜੀ ਨੇ ਚੰਬੇਲੀ ਦਾ ਇੱਕ ਫੁੱਲ ਤੋੜ ਕੇ ਦੁੱਧ ਦੇ ਵਿੱਚ ਟਿਕਾ ਕੇ ਵਾਪਸ ਭੇਜ ਦਿੱਤਾ। ਜਦ ਪੀਰਾਂ ਨੇ ਦੇਖਿਆ ਬੜੇ ਹੈਰਾਨ ਹੋਏ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਜਗਤ ਵਿੱਚ ਰਹਾਂਗੇ, ਪਰ ਇਸ ਤਰ੍ਹਾਂ ਰਹਾਂਗੇ ਕਿ ਸਾਡਾ ਰਹਿਣਾ ਕਿਸੇ ਨੂੰ ਵੀ ਰੱਤੀ ਜਿੰਨਾ ਭਾਰ ਨਹੀਂ ਲੱਗੇਗਾ। ਇਹ ਵੀ ਨਿਮਰਤਾ ਦਾ ਇੱਕ ਰੂਪ ਹੁੰਦਾ ਹੈ। ਹੁਣ ਕਈ ਵਾਰੀ ਇਨਸਾਨ ਖੁਦ ਤੋਂ ਕਹਿਣਗੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੇ ਤਨ ਦੇ ਉੱਪਰ ਨਿਮਰਤਾ ਦੀ ਸੰਜੋਅ ਹੁੰਦੀ ਹੈ। ਹੁਣ ਨਿਮਰਤਾ ਦੀ ਸੰਜੋਅ ਦਾ ਇੱਕ ਦੂਜਾ ਵੀ ਪ੍ਰਯੋਜਨ ਹੈ। ਤਾਂ ਇਸੇ ਪ੍ਰਕਾਰ ਕਿ ਜੇ ਕੋਈ ਸ਼ੰਕਾ ਕਰੇ ਕਿ ਜਿਸ ਪਰਮੇਸ਼ਰ ਦੀ ਤੁਸੀਂ ਸਾਧਨਾ ਕਰਦੇ ਉਹਦੀ ਹਸਤੀ ਹੈ ਨਹੀਂ, ਕੋਈ ਤਰਕ ਵਿਤਰਕ ਕਰੇ, ਤਾਂ ਵੀ ਉਹ ਨਿਮਰਤਾ ਰੂਪ ਦੇ ਵਿੱਚ ਉਹਦੇ ਕੀਤੇ ਤਰਕ ਵਿਤਰਕ ਨੂੰ ਨਿਸ਼ਫਲ ਜਾਣ ਲੈਂਦੇ ਹਨ ਅਤੇ ਆਪਣੇ ਵਿਸ਼ਵਾਸ ਨੂੰ ਥਿਰ ਰੱਖਦੇ ਹਨ। ਆਵਦ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ। ਤਾਂ ਹੁਣ ਇਸੇ ਪ੍ਰਕਾਰ ਮਨੁੱਖ ਸੂਰਬੀਰ ਤਾਂ ਹੋ ਗਿਆ, ਤਨ ਦੇ ਉੱਪਰ ਸੰਜੋਅ ਵੀ ਪਹਿਨ ਲਈ, ਸਿਰ ਦੇ ਉੱਪਰ ਲੋਹੇ ਦਾ ਟੋਪ ਵੀ ਪਾ ਲਿਆ, ਤਾਂ ਹੁਣ ਉਹਦੇ ਹੱਥ ਦੇ ਵਿੱਚ ਵੀ ਕੋਈ ਸ਼ਸਤਰ ਹੋਣਾ ਜ਼ਰੂਰੀ ਹੈ। ਆਮ ਕਰਕੇ ਸ਼ਮਸ਼ੀਰ, ਤਲਵਾਰ ਹਰੇਕ ਸੂਰਮੇ ਦੇ ਹੱਥ ਅਸੀਂ ਦੇਖਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੇ ਹੱਥ ਕਿਹੜੀ ਸ਼ਮਸ਼ੀਰ ਹੁੰਦੀ ਹੈ? ਆਵਦਹ ਦਾ ਭਾਵ ਹੁੰਦਾ ਸ਼ਸਤਰ।
ਗੁਰੂ ਸਾਹਿਬ ਜੀ ਕਹਿੰਦੇ ਸ਼ਸਤਰ ਕਿਹੜਾ ਹੈ? ਗੁਣ ਗੋਬਿੰਦ ਰਮਣ, ਸਦਾ ਪਰਮੇਸ਼ਰ ਦੇ ਗੁਣਾਂ ਦਾ ਅਭਿਆਸ ਕਰਦੇ ਰਹਿਣਾ। ਜਿਵੇਂ ਸੂਰਬੀਰ ਜਦੋਂ ਤਲਵਾਰਬਾਜੀ ਦਾ ਅਭਿਆਸ ਕਰਦੇ ਨੇ ਤੇ ਆਪਣੇ ਚੌਂਹੇ ਤਰਫ ਉਹ ਸ਼ਸਤਰ ਤਲਵਾਰ ਘੁਮਾ ਕੇ ਦੇਖਦੇ ਹਨ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਤ ਸਦਾ ਆਪਣੀ ਰਸਨਾ ਦੇ ਉੱਪਰ ਪਰਮੇਸ਼ਰ ਦੇ ਗੁਣਾਂ ਨੂੰ ਵਸਾ ਕੇ ਸਦਾ ਹੀ ਜਪਦੇ ਰਹਿੰਦੇ ਹਨ। ਗੁਰਬਾਣੀ ਦਾ ਪਾਵਨ ਵਾਕ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਕਿ ਜਿਵੇਂ ਸੂਰਬੀਰ ਸਾਰੇ ਪ੍ਰਕਾਰ ਕਰਕੇ ਤਲਵਾਰ ਚਲਾਉਣੀ ਜਾਣਦਾ ਹੈ, ਇਸੇ ਪ੍ਰਕਾਰ ਪਰਮੇਸ਼ਰ ਦੇ ਪਿਆਰੇ ਗੁਣਾਂ, ਰੱਬੀ ਗੁਣਾਂ ਦਾ ਚਿੰਤਨ ਕਰਨਾ, ਉਹਨਾਂ ਦਾ ਉਚਾਰਨ ਕਰਨਾ ਆਪਣਾ ਸ਼ਸਤਰ ਬਣਾਉਂਦੇ ਹਨ। ਜਿਵੇਂ ਸੂਰਮੇ ਦੀ ਤਲਵਾਰ ਵੈਰੀਆਂ ਦਾ ਸੰਘਾਰ ਕਰਦੀ ਹੈ, ਇਸੇ ਪ੍ਰਕਾਰ ਜਦੋਂ ਸੰਤ ਦੀ ਰਸਨਾ ਤੋਂ ਗੁਰਬਾਣੀ ਦੇ ਪਾਵਨ ਵਾਕ ਉਚਰਿਤ ਹੁੰਦੇ ਹਨ ਤੇ ਅਨੇਕਾਂ ਸੰਸਾਰ ਦੇ ਅਵਗੁਣ ਵਾਲਿਆਂ ਦਾ, ਪਾਪੀ ਮਨੁੱਖਾਂ ਦਾ, ਜੀਵਨ ਮਨੋਰਥ ਤੋਂ ਭਟਕੇ ਹੋਏ ਮਨੁੱਖਾਂ ਦੇ ਅਗਿਆਨ ਦਾ ਭਰਮ ਕੱਟਿਆ ਜਾਂਦਾ ਹੈ ਤੇ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਸੂਰਬੀਰ ਦੀ ਜਿਹੜੀ ਤਲਵਾਰ ਹੈ ਉਹ ਸਰੀਰਕ ਰੂਪ ਦੇ ਵਿੱਚ ਫੱਟ ਦਿੰਦੀ ਹੈ। ਜਿਹੜੇ ਸੰਤ ਦੀ ਰਸਨਾ ਤੇ ਰੱਬੀ ਸਮਾਏ ਹੋਏ ਗੁਣ ਨੇ, ਉਹਨਾਂ ਦਾ ਉਪਦੇਸ਼ ਦੂਜੇ ਲਈ ਜੀਵਨ ਵਰਦਾਨ ਬਣਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਆਵਦਹ ਗੁਣ ਗੋਬਿੰਦ ਰਮਣੰ। ਰਮਣੰ ਦਾ ਭਾਵ ਹੈ ਕਿ ਹਰ ਵੇਲੇ ਉੱਧਰ ਹੀ ਚਿੱਤ ਲੱਗੇ ਰਹਿਣਾ। ਜੇ ਸੁਣਨਾ ਹੈ ਤਾਂ ਪਰਮੇਸ਼ਰ ਦੇ ਗੁਣ, ਜੇ ਗਾਉਣੇ ਨੇ ਤਾਂ ਅਕਾਲ ਪੁਰਖ ਦੀ ਉਸਤਤੀ, ਜੇ ਚਿੰਤਨ ਕਰਨਾ ਹੈ ਤਾਂ ਪਰਮੇਸ਼ਰ ਦੀ ਹਸਤੀ ਦਾ, ਜੇ ਅਹਿਸਾਸ ਦੇ ਵਿੱਚ ਮੰਨਣਾ ਹੈ ਤਾਂ ਪਰਮੇਸ਼ਰ ਦੇ ਕਿਰਪਾ ਰੂਪ ਨੂੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਵਦਹ ਗੁਣ ਗੋਬਿੰਦ ਰਮਣ। ਇਸੇ ਕਰਕੇ ਗੁਰਬਾਣੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਆਵਦਹ ਗੁਣ ਗੋਬਿੰਦ ਰਮਣ। ਉਹਨਾਂ ਦੀ ਤਲਵਾਰ ਹਮੇਸ਼ਾ ਉਹਨਾਂ ਦੀ ਰਸਨਾ 'ਤੇ ਪਰਮੇਸ਼ਰ ਦਾ ਨਾਮ ਹੁੰਦਾ ਹੈ ਔਰ ਸਦੀਵ ਚੱਲਦੀ ਰਹਿੰਦੀ ਹੈ, ਕਦੀ ਥੱਕਦੇ ਨਹੀਂ। ਅਤੇ ਜਿਹੜਾ ਉਸ ਗੁਣ ਰਮਣਨ ਵਾਲੀ ਤਲਵਾਰ ਦੇ ਹੇਠ ਆ ਜਾਂਦਾ ਹੈ, ਉਹਦੇ ਅਗਿਆਨ ਦੇ ਭਰਮ ਕੱਟੇ ਜਾਂਦੇ ਹਨ। ਓਟ ਗੁਰ ਸ਼ਬਦ ਕਰ ਚਰਮਣਹ। ਤਲਵਾਰ ਤੋਂ ਬਾਅਦ ਜਿਹੜਾ ਦੂਜੇ ਦਾ ਵਾਰ ਹੋਣਾ, ਉਹਨੂੰ ਰੋਕਣ ਦੇ ਲਈ ਢਾਲ ਦਾ ਵੀ ਹੋਣਾ ਜ਼ਰੂਰੀ ਹੈ। ਤਾਂ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਯੁੱਧ ਜੰਗਾਂ ਹੁੰਦੇ ਸਨ ਤਾਂ ਬੜੇ ਮਜ਼ਬੂਤ ਗੈਂਡੇ ਦੀ ਖੱਲ ਆਦਿਕ ਦੀ ਢਾਲ ਬਣਾਈ ਜਾਂਦੀ ਸੀ। ਕਿੰਨੀਆਂ ਵੀ ਤਲਵਾਰਾਂ ਦੇ ਉੱਪਰ ਫੱਟ ਵੱਜ ਜਾਣ, ਤਲਵਾਰ ਹੋ ਜਾਣ, ਉਹ ਢਾਲ ਫੱਟਦੀ ਨਹੀਂ ਸੀ, ਟੁੱਟਦੀ ਪਾੜਦੀ ਨਹੀਂ ਸੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਓਟ ਗੁਰ ਸ਼ਬਦ ਕਰ ਚਰਮਣ ਹੈ। ਅਤੇ ਸੰਤਾਂ ਦੇ ਲਈ ਢਾਲ ਕੀ ਹੁੰਦੀ ਹੈ? ਗੁਰੂ ਕਾ ਸ਼ਬਦ ਓਟ, ਭਾਵ ਕਿ ਕੋਈ ਉਹਨਾਂ ਦੇ ਉੱਪਰ ਆਕ੍ਰਮਕ ਹੋਣਾ ਚਾਹੇ ਤਾਂ ਉਹ ਆਪ ਨਹੀਂ ਕਰਦੇ, ਕੇਵਲ ਉਹ ਪਰਮੇਸ਼ਰ ਦੇ ਸ਼ਬਦ ਦੀ ਓਟ ਨੂੰ ਉਹਦੇ ਸਨਮੁਖ ਕਰ ਦਿੰਦੇ ਹਨ। ਜਿਸ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤ ਕਾਲ ਤੁਮ ਮਹਾਰਾਜ। ਇਸੇ ਪ੍ਰਕਾਰ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਉਹ ਆਪਣੀ ਹਸਤੀ ਨੂੰ ਨਾ ਜਣਾਉਂਦੇ ਨੇ। ਪਹਿਲਾ ਭਾਵ ਸੀ ਕਿ ਨਿਮਰਤਾ, ਹੁਣ ਇਸੇ ਨਿਮਰਤਾ ਕਰਕੇ ਉਹ ਆਪ ਨਹੀਂ ਅੱਗੇ ਹੁੰਦੇ। ਉਹਨਾਂ ਨੂੰ ਪਤਾ ਹੈ ਕਿ ਸਾਡਾ ਰੱਖਿਅਕ ਮਾਰਜੀ ਵਾਲਣ ਵਾਲਾ ਪਰਮੇਸ਼ਰ ਹੈ, ਇਸ ਕਰਕੇ ਉਹ ਗੁਰੂ ਸ਼ਬਦ ਦੀ ਓਟ ਲੈ ਕੇ ਵਿਚਰਦੇ ਹਨ। ਇਹ ਉਹਨਾਂ ਦੀ ਢਾਲ ਹੁੰਦੀ ਹੈ। ਭਾਵ ਕਿ ਕਿਸੇ ਨੇ ਨਿੰਦਿਆ ਭਰੇ ਵਚਨ ਕਹੇ ਹਨ ਤਾਂ ਉਸ ਨੂੰ ਉਹ ਗੁਰੂ ਸ਼ਬਦ ਦੇ ਢੰਗ ਦੇ ਨਾਲ ਰੋਕ ਲੈਂਦੇ ਹਨ। ਜਿਵੇਂ ਕੋਈ ਮਨੁੱਖ ਕਿਸੇ ਤਰ੍ਹਾਂ ਦੇ ਤਰਕ ਵਿਤਰਕ ਦੇ ਭਾਵ ਕਰੇ ਤਾਂ ਉਹ ਫਰਮਾਉਂਦੇ ਹਨ, ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ। ਇਸ ਪ੍ਰਕਾਰ ਹਰ ਵੇਲੇ ਗੁਰੂ ਸ਼ਬਦ ਦੀ ਓਟ ਵਿੱਚ ਵਿਚਰਨਾ। ਹੁਣ ਗੁਰੂ ਸ਼ਬਦ ਦਾ ਇੱਥੇ ਸੂਖਮ ਭਾਵ ਕੀ ਹੈ? ਗੁਰੂ ਸ਼ਬਦ ਦਾ ਭਾਵ ਹੈ ਕਿ ਸੰਤ ਦੀ ਬੁੱਧੀ ਜਾਗਰਤ ਹੁੰਦੀ ਹੈ ਅਤੇ ਉਹਦੇ ਸਾਹਮਣੇ ਜੇ ਕੋਈ ਉਹਦਾ ਵਿਰੋਧੀ ਵੀ ਆ ਗਿਆ ਤਾਂ ਉਹਦੇ ਬਾਹਰੀ ਸਰੂਪ ਨੂੰ ਜਾਣਨ ਦੀ ਬਜਾਏ ਉਹਦੇ ਕਰਮਾਂ ਦੀ ਗੱਤ ਨੂੰ ਪਹਿਚਾਣ ਲੈਂਦਾ ਅਤੇ ਉਹਨੂੰ ਆਪਣਾ ਨਿੱਜ ਬਲ ਦਿਖਾਉਣ ਦੀ ਬਜਾਏ ਪਰਮੇਸ਼ਵਰੀ ਬਲ ਦਿਖਾਉਂਦਾ ਹੈ ਕਿ ਜਦੋਂ ਪਰਮੇਸ਼ਰ ਦੇ ਬਲ ਦੇ ਨਾਲ ਸਿੱਝੇਗਾ ਫਿਰ ਤੈਨੂੰ ਤੇਰੇ ਆਪਣੇ ਕੀਤੇ ਕਰਮ ਦਾ ਸਹੀ ਢੰਗ ਨਾਲ ਪਤਾ ਲੱਗੇਗਾ। ਇਸ ਕਰਕੇ ਓਟ ਗੁਰ ਸ਼ਬਦ 'ਚ ਕਰ ਚਰਮਣ ਹੈ। ਅਤੇ ਉਹਨਾਂ ਦੀ ਢਾਲ ਐਸੀ ਹੈ ਕਿ ਕੋਈ ਕਿਸੇ ਪ੍ਰਕਾਰ ਵੀ ਨਿੰਦਤਾਈ ਦੇ ਭਾਵ ਸਾਂਝੇ ਕਰੇ, ਉਹਨਾਂ ਦੇ ਉਸ ਓਟ ਆਸਰੇ ਵਾਲੀ ਜਿਹੜੀ ਢਾਲ ਹੈ ਉਹਨੂੰ ਨਹੀਂ ਕੱਟ ਸਕਦੇ ਹਨ। ਜਿਵੇਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਭਗਤ ਕਬੀਰ ਜੀ ਨੂੰ ਪਾਣੀ ਸੁੱਟਿਆ ਗਿਆ, ਭਗਤ ਨਾਮਦੇਵ ਜੀ ਨੂੰ ਮਸਤ ਹਾਥੀ ਅੱਗੇ ਸੁੱਟਿਆ ਗਿਆ। ਇਸੇ ਪ੍ਰਕਾਰ ਜਿਤਨੇ ਭਗਤ ਜਨ ਹੋਏ ਨੇ ਸਾਰਿਆਂ ਨੂੰ ਬੜੇ ਦੁੱਖ ਦਿੱਤੇ ਗਏ ਤਾਂ ਕਿ ਇਹਨਾਂ ਦਾ ਦੀਨ ਡੋਲ ਜਾਵੇ, ਪਰ ਉਹਨਾਂ ਨੇ ਹਰ ਵਕਤ ਆਪਣੇ ਗੁਰ ਸ਼ਬਦ ਦੇ ਓਟ ਨੂੰ ਥਿਰ ਰੱਖਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜ ਤੇ ਅਸਵ ਰਥ ਨਾਗਹਿ ਬੁਝੰਤੇ ਪ੍ਰਭ ਮਾਰਗ ਹੈ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਸੈਨਾ ਹੁੰਦੀ ਹੈ ਇਹ ਆਮ ਕਰਕੇ 4 ਪ੍ਰਕਾਰ ਦੀ ਹੁੰਦੀ ਹੈ।
ਇੱਕ ਹੁੰਦੀ ਹੈ ਘੋੜਿਆਂ ਉੱਪਰ, ਦੂਜੀ ਹੁੰਦੀ ਹੈ ਹਾਥੀਆਂ ਉੱਪਰ, ਤੀਜੀ ਹੁੰਦੀ ਹੈ ਪੈਦਲ, ਅਤੇ ਚੌਥੀ ਹੁੰਦੀ ਹੈ ਰੱਥਾਂ ਉੱਪਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਸੰਤਾਂ ਦੀ ਸੈਨ ਹੈ ਇਹਦੇ ਵਿੱਚ ਵੀ ਫਿਰ ਕੈਟਾਗਰੀਆਂ ਹੁੰਦੀਆਂ ਹੋਣਗੀਆਂ ਕਿ ਕੋਈ ਪੈਦਲ ਹੋਏਗਾ, ਕੋਈ ਰੱਥ ਦੇ ਉੱਪਰ ਹੋਏਗਾ, ਕੋਈ ਘੋੜੇ ਦੇ ਉੱਪਰ, ਅਤੇ ਕੋਈ ਇਸੇ ਪ੍ਰਕਾਰ ਹਾਥੀ ਉੱਪਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਇਸੇ ਪ੍ਰਕਾਰ ਹੁੰਦਾ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਆਰੂੜ ਅਤੇ ਅਸਵ। ਅਸਵ ਦਾ ਭਾਵ ਹੁੰਦਾ ਘੋੜਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਜਲਦੀ ਜੰਗ ਦੇ ਵਿੱਚ ਜੂਝਣਾ ਹੋਵੇ ਤਾਂ ਪਹਿਲੇ ਤੌਰ 'ਤੇ ਜਿਹੜਾ ਆਕਰਮਣ ਹੈ ਉਹ ਜਿਹੜਾ, ਕਿਉਂਕਿ ਘੋੜਾ ਇੱਕ ਫੁਰਤੀਲਾ ਜਾਨਵਰ ਹੈ, ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇੱਕ ਪ੍ਰਕਾਰ ਦੇ ਸੰਤ ਹਨ ਜਿਹੜੇ ਕੇਵਲ ਰੱਬੀ ਗੁਣਾਂ ਦਾ ਸ਼ਰਵਣ ਕਰਦੇ ਹਨ, ਕਥਾ ਵਿਚਾਰ ਆਦਿ ਸ਼ਰਵਣ ਕਰਦੇ ਹਨ ਪੂਰੀ ਇਕਾਗਰਤਾ ਦੇ ਨਾਲ। ਇਹ ਜਿਹੜੇ ਸ਼ਰਵਣ ਕਰਨ ਵਾਲੇ ਸਾਧਕ ਜਨ ਹਨ, ਇਹ ਉਹ ਸੈਨ ਹੈ ਜਿਹੜੀ ਘੋੜਿਆਂ ਦੇ ਉੱਪਰ ਹੁੰਦੀ ਹੈ। ਜਿਵੇਂ ਘੋੜੇ ਨੂੰ ਵੱਸ ਦੇ ਵਿੱਚ ਕਰਨਾ ਹੋਵੇ ਤਾਂ ਲਗਾਮ ਪਕੜਨੀ ਪੈਂਦੀ ਹੈ, ਇਸੇ ਪ੍ਰਕਾਰ ਆਪਣੇ ਸ਼ਰਵਣ ਅਤੇ ਆਪਣੀ ਸਰੋਤ ਨੂੰ ਇੱਕ ਸੁਰ ਕਰਕੇ ਜਿਹੜੇ ਗੁਰੂ ਸ਼ਬਦ ਦੀ ਵਿਚਾਰ ਸ਼ਰਵਣ ਕਰਦੇ ਹਨ, ਇਹ ਉਹ ਸੂਰਬੀਰ ਹਨ ਜਿਨ੍ਹਾਂ ਘੋੜਿਆਂ ਦੀ ਸਵਾਰੀ ਕੀਤੀ। ਅਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬਾਣੀ 'ਚ ਚੰਗੇ ਅਸਵਾਰ ਬਣਨ ਦੀ ਵੀ ਸਿੱਖਿਆ ਦਿੱਤੀ ਹੈ। ਭਗਤ ਕਬੀਰ ਸਾਹਿਬ ਜੀ ਆਖਦੇ ਹਨ ਸਹਿਜ ਕੈ ਮਨ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਵੜੈ ਪਗ ਤਰ ਲੀਜੈ, ਚੱਲ ਹੇਰੇ ਬੈਕੁੰਠ ਤੁਝੇ ਲੈ ਤਾਰੋਂ, ਹਿਚ ਹਿਤਾਂ ਪ੍ਰੇਮ ਕੈ ਚਾਬੁਕ ਮਾਰੋਂ। ਕਿ ਕਿਸ ਪ੍ਰਕਾਰ ਕਿ ਆਪਣੇ ਘੋੜੇ ਵਿਚਾਰ ਦੀ ਸਵਾਰੀ ਕਿਵੇਂ ਕਰਨੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਬੀ ਗੁਣਾਂ ਦਾ ਸ਼ਰਵਣ ਕਰਦੇ ਹਨ ਉਹ ਇਸ ਪ੍ਰਕਾਰ ਹਨ ਜਿਵੇਂ ਘੋੜਿਆਂ ਦੇ ਉੱਪਰ ਹੋਣ, ਰੱਥ ਨਾਗਹੇ। ਅਤੇ ਇਸ ਦੀ ਜਿਹੜੀ ਸੈਨਾ ਹੈ ਜਿਹੜੇ ਮਨਨ ਕਰਨ ਵਾਲੇ ਹਨ। ਹੁਣ ਮਨਨ ਕਰਨ ਦੇ ਲਈ ਦੋ ਚੀਜ਼ਾਂ ਦਾ ਜ਼ਰੂਰੀ ਹੋਣਾ, ਜਿਵੇਂ ਕੰਨ ਦੋ ਸੁਣਦੇ ਨੇ ਪਰ ਇਹਨਾਂ ਦਾ ਨਿਰਣਾ ਬੁੱਧੀ ਕਰਨ ਵਾਲੀ ਹੁੰਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਥ ਦੇ ਉੱਪਰ ਬੈਠੇ ਹਨ ਇਹ ਉਹ ਸੂਰਬੀਰ ਹਨ ਜਿਹੜੇ ਦੋਨਾਂ ਕੰਨਾਂ ਦੇ ਨਾਲ ਸ਼ਰਵਣ ਕਰਕੇ ਅਤੇ ਬੁੱਧੀ ਦੁਆਰਾ ਨਿਰਣਾ ਕਰਕੇ ਗੁਰੂ ਸ਼ਬਦ ਨੂੰ ਆਪਣੇ ਅੰਦਰ ਦ੍ਰਿੜ ਕਰਦੇ ਹਨ। ਤਾਂ ਇਸੇ ਪ੍ਰਕਾਰ ਫਿਰ ਰੱਥ ਦੇ ਅੱਗੇ ਜਿਹੜਾ ਹੈ ਉਹ ਘੋੜਾ ਜੋਇਆ ਹੁੰਦਾ, ਹੋਰ ਜਾਨਵਰ ਜੋਏ ਹੁੰਦੇ ਹਨ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਸੰਤ ਜਨਾਂ ਨੇ ਆਪਣੇ ਮਨ ਅੰਦਰ ਚਿੰਤਨ ਕਰਨਾ ਹੈ ਉਹ ਫਿਰ ਸਤਸੰਗਤ ਰੂਪ ਜਿਹੜੇ ਮਨਨ ਕਰਨ ਵਾਲੇ ਹਨ, ਸ਼ਰਵਣ ਕਰਨ ਵਾਲੇ ਹਨ, ਉਹਨਾਂ ਦੇ ਅਭਿਆਸ ਦੇ ਨਾਲ ਅੱਗੇ ਚੱਲਦੇ ਹਨ। ਬੁਝੰਤੇ ਪ੍ਰਭ ਮਾਰ ਗਏ। ਤਾਂ ਇਸੇ ਪ੍ਰਕਾਰ ਜਿਹੜੀ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸੈਨਾ, ਜਿਵੇਂ ਹਾਥੀ, ਜਿਵੇਂ ਜੰਗ ਦਾ ਯੁੱਧ ਹੁੰਦਾ ਹੈ ਤਾਂ ਜਿਹੜਾ ਹਾਥੀਆਂ ਦੇ ਉੱਪਰ ਹੋਵੇ ਉਹ ਲੜਦਾ ਨਹੀਂ, ਉਹ ਬਹੁਤ ਪਿੱਛੇ ਖੜ੍ਹਾ ਹੁੰਦਾ ਹੈ। ਉਹ ਕਾਹਦੇ ਕਰਕੇ ਕਿ ਉਸਨੇ ਸਾਰੇ ਜੰਗ ਦੇ ਉੱਪਰ ਨਜ਼ਰ ਰੱਖਣੀ ਹੁੰਦੀ ਹੈ ਕਿ ਕਿਹੜਾ ਦੂਜੀ ਦੁਸ਼ਮਣ ਧਿਰ ਦੇ ਵਿੱਚ ਵੱਡਾ ਸਿਪਾਹੀ ਹੈ ਜਿਹੜਾ ਸਾਡਾ ਸਭ ਤੋਂ ਵੱਧ ਨੁਕਸਾਨ ਕਰ ਰਿਹਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਆਪਣੇ ਪੰਜ ਗਿਆਨ ਕਰਮ ਇੰਦਰੀਆਂ ਨੂੰ ਸਾਧ ਕੇ ਆਪਣੇ ਮਨ ਦਾ ਦ੍ਰਿਸ਼ਟਾ ਹੋ ਕੇ ਸੁਰਤ ਦੀ ਉਚਾਈ 'ਤੇ ਪਹੁੰਚ ਜਾਂਦੇ ਹਨ, ਫਿਰ ਉਹ ਬੜੀ ਗਹਿਰੀ ਨਜ਼ਰ ਦੇ ਨਾਲ ਦੇਖਦੇ ਹਨ ਕਿ ਕਿਹੜਾ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਦੁਸ਼ਮਣ ਹੈ ਉਹ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਆ ਰਿਹਾ ਹੈ। ਫਿਰ ਕਹਿੰਦੇ ਉੱਚੀ ਥਾਂ 'ਤੇ ਬੈਠੇ ਹੋਣ ਕਰਕੇ ਉੱਥੋਂ ਹੀ ਆਪਣਾ ਗਿਆਨ ਭਰਿਆ ਤੀਰ ਚਲਾਉਂਦੇ ਹਨ ਅਤੇ ਵਕਾਰ ਦਾ ਨਾਸ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬੁਝੰਤੇ ਪ੍ਰਭ ਮਾਰ ਗਏ। ਅਤੇ ਇਸ ਪ੍ਰਕਾਰ ਚਾਰ ਤਰ੍ਹਾਂ ਦੀ ਸੈਨਾ ਲੈ ਕੇ ਜਿਹੜੇ ਸੰਤ ਜਨ ਹਨ, ਸ਼ਰਵਣ ਕਰਨ ਵਾਲੇ, ਮਨਨ ਕਰਨ ਵਾਲੇ, ਚਿੰਤਨ ਕਰਨ ਵਾਲੇ ਅਤੇ ਨਿਧਿਆਸਨ ਕਰਨ ਵਾਲੇ। ਤਾਂ ਇਸੇ ਪ੍ਰਕਾਰ ਫਿਰ ਨਿਧਿਆਸਨ ਕਰਨ ਵਾਲੇ ਕਿ ਜਦੋਂ ਜਿਵੇਂ ਜੰਗ ਦੇ ਵਿੱਚ ਦੂਜੀ ਧਿਰ ਦੀ ਬਲ ਦਾ ਪਤਾ ਲਗਾਉਣਾ ਹੋਵੇ ਤਾਂ ਕੁਝ ਸੂਈਏ ਵੀ ਛੱਡੇ ਜਾਂਦੇ ਹਨ। ਇਸੇ ਪ੍ਰਕਾਰ ਕਹਿੰਦੇ ਉਹਨਾਂ ਕੁਝ ਸੰਤਾਂ ਦਾ ਮਨ, ਉਹਨਾਂ ਦੀ ਸੁਰਤ ਇੰਨੀ ਤੀਖਣ ਹੋ ਜਾਂਦੀ ਹੈ ਕਿ ਉਹ ਆਮ ਤਾਂ ਕੀ ਜਿਹੜਾ ਭਵਿੱਖ ਦੇ ਵਿੱਚ ਵੀ ਕੋਈ ਵਿਕਾਰਾਂ ਰੂਪ ਕਰਕੇ ਵਾਪਰਨ ਵਾਲਾ ਖਤਰਾ ਹੈ ਉਹਦੇ ਤੋਂ ਵੀ ਸੁਚੇਤ ਹੋ ਜਾਂਦੇ ਹਨ ਅਤੇ ਉਹਦਾ ਪਹਿਲਾਂ ਹੀ ਉਚਿਤ ਪ੍ਰਬੰਧ ਕਰ ਲੈਂਦੇ ਹਨ। ਬੁਝੰਤੇ ਪ੍ਰਭ ਮਾਰ ਗਏ। ਅਤੇ ਇਸ ਚਾਰ ਪ੍ਰਕਾਰ ਦੀ ਸੈਨਾ ਲੈ ਕੇ ਅਧਿਆਤਮਿਕ ਤਲ ਦੇ ਮੈਦਾਨ ਦਾ ਜਿਹੜਾ ਜੰਗ ਹੈ ਉਹਦੇ ਵਿੱਚ ਸੰਤ ਜਨ ਜੂਝਦੇ ਹਨ। ਵਿਚਰਤੇ ਨਿਰਭਯੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੂਰਬੀਰ ਹੋ ਗਿਆ, ਉਹਨਾਂ ਸਾਰੇ ਸ਼ਸਤਰ ਧਾਰਨ ਕਰ ਲਏ, ਚਾਰ ਪ੍ਰਕਾਰ ਦੀ ਸੈਨਾ ਦਾ ਵੀ ਨਿਰਮਾਣ ਹੋ ਗਿਆ, ਤਾਂ ਫਿਰ ਇਹ ਜੰਗ ਕਿੱਥੇ ਲੜਦੇ ਨੇ, ਤਾਂ ਕਿਸ ਪ੍ਰਕਾਰ ਕਰਕੇ ਲੜਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਚਰਤੇ ਨਿਰਭਯੰ ਸਤਰ ਸੈਨਾ। ਇਹ ਨਿਰਭਉ ਸਰੂਪ ਹੋ ਕੇ ਵਿਚਰਦੇ ਨੇ, ਇਸ ਕਰਕੇ ਨਹੀਂ ਕਿ ਜੰਗ ਦੇ ਵਿੱਚ ਜਾਵਾਂਗੇ ਅਤੇ ਜੀਵਨ ਖਤਮ ਹੋ ਜਾਏਗਾ, ਸਗੋਂ ਉਹਨਾਂ ਦੇ ਜੂਝਣ ਦਾ ਚਾਅ ਹੀ ਐਸਾ ਹੁੰਦਾ ਹੈ ਕਿ ਸੀਸ ਸਾਡਾ ਭੇਟ ਹੋ ਜਾਵੇ ਅਤੇ ਸਾਡੀ
ਸੂਰਬੀਰਤਾ ਪੂਰੀ ਪੁੱਗ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਚਰ ਤੇ ਨਿਰਭਯੰ ਸਤਰ ਸੈਨਾ, ਇਸ ਕਰਕੇ ਨਿਰਭਉ ਸਰੂਪ ਇਸ ਜਗਤ ਵਿੱਚ ਵਿਚਰਦੇ ਹਨ। ਸੰਸਾਰੀ ਲੋਕ ਅਨੇਕਾਂ ਡਰਾਂ ਭੈਆਂ ਕਰਕੇ ਹਰ ਵੇਲੇ ਘਬਰਾਏ ਰਹਿੰਦੇ ਹਨ, ਪਰ ਸੰਤ ਜਨ ਨਿਰਭਉ ਮਾਲਕ ਦੇ ਸੂਰਬੀਰ ਹੋਣ ਕਰਕੇ ਸਦਾ ਹੀ ਨਿਰਭੈ ਹੋ ਕੇ ਵਿਚਰਦੇ ਹਨ। ਉਹਨਾਂ ਨੂੰ ਕੋਈ ਕਾਲ ਦਾ ਬੰਧਨ, ਕੋਈ ਭੁੱਖ ਦਾ ਬੰਧਨ, ਕੋਈ ਜੀਵਨ ਖਤਮ ਹੋਣ ਦਾ ਡਰ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਸਤਾਉਂਦਾ। ਨਿਰਭਉ ਹੋ ਕੇ ਵਿਚਰਦੇ ਹਨ। ਸਤਰੂ ਸੈਨਾ, ਅਤੇ ਆਪਣੇ ਸ਼ਤਰੂ ਜਿਹੜੇ ਹਨ, ਜਿਹੜੇ ਪੰਜ ਵਿਕਾਰ ਰੂਪ ਹਨ, ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਚਾਰ ਵਰਨ ਚੌਹਾ ਕੇ ਮਰਦਨ ਭਾਵ ਕੇ ਜਿਨ ਮਿਲ ਮਾਰੇ ਪੰਚ ਸੂਰਬੀਰ। ਜੇ ਸੰਸਾਰ ਦੇ ਬੜੇ ਬੜੇ ਵੱਡੇ ਬਲਸ਼ਾਲੀ ਹਨ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਬੜੇ ਵੱਡੇ ਸੂਰਮੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸ਼ਤਰੂ ਸੈਨਾ, ਉਹ ਆਪਣੇ ਪ੍ਰਤੀਦਵੰਦੀ ਦੁਸ਼ਮਣ ਬਾਹਰਲਿਆਂ ਨੂੰ ਨਹੀਂ ਮੰਨਦੇ, ਅੰਦਰੂਨੀ ਰੂਪ ਦੇ ਵਿੱਚ ਵਿਕਾਰਾਂ ਨਾਲ ਸਿੱਝਦੇ ਹਨ। ਜਿਵੇਂ ਅਲ ਗਜ਼ਾਲੀ ਨੇ ਆਪਣੀ ਇੱਕ ਰਚਨਾ ਦੇ ਵਿੱਚ ਆਖਿਆ ਮੁਸਲਮਾਨਾਂ ਨੂੰ ਕਿ ਜੇ ਜਿਹਾਦ ਕਰਨਾ, ਕਹਿੰਦਾ ਬਾਹਰੀ ਜਿਹਾਦ ਕਰਨਾ ਸੌਖਾ ਹੈ ਕਿ ਸ਼ਸਤਰ ਫੜੋ ਜਿਹਦਾ ਮਰਜ਼ੀ ਸਿਰ ਕੱਟ ਦਿਓ। ਕਹਿੰਦੇ ਬਾਹਰੀ ਦੁਸ਼ਮਣ ਵੀ ਦਿਖਦਾ ਹੈ। ਕਹਿੰਦੇ ਜਿਹਾਦ ਕਰਨਾ ਤੇ ਆਪਣੇ ਉਹਨਾਂ ਦੁਸ਼ਮਣਾਂ ਦੇ ਨਾਲ ਕਰੋ ਜਿਹੜੇ ਅਦਿੱਖ ਹਨ। ਅਦਿੱਖ ਦਾ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਲਚ ਈਰਖਾ ਤ੍ਰਿਸ਼ਨਾ ਨਫ਼ਰਤ ਵਾਸਨਾ। ਉਹ ਕਹਿਣ ਲੱਗੇ ਜਿਹੜੇ ਅਦਿੱਖ ਦੁਸ਼ਮਣ ਹਨ, ਪਹਿਲਾਂ ਇਹਨਾਂ ਦੇ ਖਿਲਾਫ ਆਪਣਾ ਜਿਹਾਦ ਛੋੜੋ। ਜਦੋਂ ਇਹਨਾਂ ਨੂੰ ਸਮਾਪਤ ਕਰ ਲਓਗੇ ਤਾਂ ਫਿਰ ਦੇਖਣਾ ਕਿ ਕੋਈ ਤੁਹਾਡਾ ਵਿਰੋਧੀ ਬਚਦਾ ਹੈ ਜਾਂ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸ਼ਤਰੂ ਸੈਨਾ, ਜਿਹੜੇ ਅਧਿਆਤਮਿਕ ਤਲ 'ਤੇ ਜਾਗਣ ਵਾਲੇ ਮਨੁੱਖ ਹਨ, ਉਹ ਵਿਕਾਰਾਂ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਕਿਉਂਕਿ ਮਾਇਆ ਪ੍ਰਭਾਵ ਕਰਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਾਏ ਅੰਤੇ ਗੋਪਾਲ ਕੀਰਤਨੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਹਮਲਾ ਕਿਸ ਪ੍ਰਕਾਰ ਕਰਦੇ ਹਨ। ਤਾਏ ਅੰਤੇ ਦਾ ਭਾਵ ਹਮਲਾ। ਗੁਰੂ ਸਾਹਿਬ ਜੀ ਕਹਿੰਦੇ ਗੋਪਾਲ ਕੀਰਤਨ ਹੈ। ਜਦੋਂ ਰੱਬੀ ਪੁਰਖਾਂ ਦੀ ਸੰਗਤ ਜੁੜਦੀ ਹੈ, ਜਦੋਂ ਕੀਰਤਨ ਦੀ ਉੱਚੀ ਉੱਚੀ ਗੁੰਜਾਰ ਪਾਉਂਦੇ ਹਨ, ਤਾਂ ਉਦੋਂ ਸਮਝ ਲਓ ਇਹ ਹੱਲਾ ਕਰਦੇ ਨੇ। ਯੁੱਧ ਦਾ ਆਰੰਭ ਹੁੰਦਾ, ਰਣ ਭੇਰੀਆਂ ਵੱਜਦੀਆਂ ਨੇ, ਨਰ ਸਿੰਘੇ ਵੱਜਦੇ ਨੇ, ਨਗਾੜੇ ਵੱਜਦੇ ਨੇ, ਪਤਾ ਲੱਗ ਜਾਂਦਾ ਯੁੱਧ ਦਾ ਆਰੰਭ ਹੋ ਗਿਆ। ਇੱਕ ਵਾਰੀ ਪੂਰੀ ਗਰਜਣਾ ਹੁੰਦੀ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਕੀਰਤਨ ਦੇ ਵਿੱਚ ਬੈਠ ਕੇ ਗੋਪਾਲ ਪ੍ਰੀਤਮ ਦੇ ਗੁਣਾਂ ਦਾ ਉੱਚੀ ਉੱਚੀ ਆਰਾਧਨਾ ਕਰਦੇ ਨੇ, ਇਹ ਵਿਕਾਰਾਂ ਦੇ ਉੱਪਰ ਹਮਲਾ ਕਰਦੇ ਹਨ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਹੈ, ਸਤਿਗੁਰੂ ਸਾਹਿਬ ਜੀ ਕੇ ਫਰਮਾਉਂਦੇ ਹਨ 10 ਮਿਰਗੀ ਸਹਿਜੇ ਬੰਦ ਆਨੀ, 5 ਮਿਰਗ ਬੇਦੇ ਸਿਵ ਕੀ ਬਾਨੀ, ਸੰਤ ਸੰਗ ਲੈ ਚੜਿਓ ਸ਼ਿਕਾਰ, ਮ੍ਰਿਗ ਪਕੜੇ ਬਿਨ ਘੋਰ ਹਥਿਆਰ। ਹੁਣ ਕਈ ਵਾਰੀ ਕੁਝ ਗੁਰਸਿੱਖ ਸਾਧਨਾ ਕਰਨਗੇ, ਇੰਨੀ ਢਿੱਲੀ ਆਵਾਜ਼ 'ਚ ਕਰਨਗੇ, ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕੋਈ ਸਾਧਨਾ ਕਰ ਰਹੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰੇਮ ਭਾਵਨਾ ਦੇ ਵਿੱਚ ਜਦੋਂ ਉੱਚੀ ਸੁਰ ਪ੍ਰਗਟ ਕਰਕੇ ਉਹ ਸ਼ਬਦ ਦੀ ਆਰਾਧਨਾ ਕਰਦੇ ਹਨ, ਫਿਰ ਜਿਹੜੇ ਵਿਕਾਰਾਂ ਰੂਪ ਬੰਧਨ ਹਨ ਇਹ ਨਿਕਟ ਵੀ ਨਹੀਂ ਆਉਂਦੇ। ਜਿਵੇਂ ਜਿੱਡੀ ਮਰਜ਼ੀ ਹਾਥੀਆਂ ਦੀ ਡਾਰ ਹੋਵੇ, ਕਿਤੇ ਇੱਕ ਵਾਰੀ ਸ਼ੇਰ ਦੀ ਦਹਾੜ ਉਹਨਾਂ ਦੇ ਕੰਨੀ ਪੈ ਜਾਏ ਨਾ, ਅਤੇ ਉਹ ਨੇੜੇ ਨਹੀਂ ਦਿਖਦੀ। ਇਸੇ ਪ੍ਰਕਾਰ ਉਹਦੀ ਦਹਾੜ ਦੇ ਵਿੱਚ ਹੀ ਇੰਨਾ ਬਲ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਸੰਤ ਜਨ ਗੋਪਾਲ ਦੇ ਕੀਰਤਨ ਵਿੱਚ ਜੁੜੇ ਹੁੰਦੇ ਹਨ, ਜਦੋਂ ਉੱਚੀ ਉੱਚੀ ਰੱਬੀ ਗੁਣਾਂ ਦੀ ਆਰਾਧਨਾ ਕਰਦੇ ਹਨ, ਉਹਨਾਂ ਦੇ ਨਿਕਟ ਤਾਂ ਕੀ, ਜਿਨ੍ਹਾਂ ਦੇ ਕੰਨਾਂ ਦੇ ਵਿੱਚ ਉਹ ਗੁਰਬਾਣੀ ਦੇ ਕੀਰਤਨ ਦੀ ਧੁਨ ਪੈਂਦੀ ਹੈ, ਉਹਨਾਂ ਦੇ ਵਿਕਾਰ ਵੀ ਭੱਜ ਜਾਂਦੇ ਹਨ। ਅਤੇ ਇਸ ਪ੍ਰਕਾਰ ਕੀਰਤਨ ਦੀ ਸ਼ੈਬਰ ਲਾ ਕੇ ਉੱਚੀ ਧੁਨ ਪ੍ਰਗਟ ਕਰਕੇ ਉਹ ਗੁਰੂ ਸ਼ਬਦ ਦੀ ਆਰਾਧਨਾ ਕਰਦੇ ਹਨ। ਜਿਤ ਤੇ ਵਿਸ਼ਵ ਸੰਸਾਰ ਨਾਨਕ ਵਸਿਅੰ ਕਰੋਤ ਪੰਚ ਤਸਕਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਤ ਤੇ ਵਿਸ਼ਵ ਸੰਸਾਰ, ਜਿਹੜੇ ਵਿਕਾਰ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਹਨ, ਸੰਤ ਜਨ ਉਹਨਾਂ ਵਿਕਾਰਾਂ ਨੂੰ ਹੀ ਜਿੱਤ ਲੈਂਦੇ ਹਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਵਸਿਅੰ ਕਰੋਤ, ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਪੰਚ ਤਸਕਰ, ਉਹ ਪੰਜ ਤਸਕਰ ਜਿਹੜੇ ਸਾਰੇ ਸੰਸਾਰ ਨੂੰ ਨਿੱਤਾ ਪ੍ਰਤੀ ਦਿਨ ਰਾਤ ਲੁੱਟਦੇ ਹਨ। ਜਿਵੇਂ ਅੱਜ ਦੇ ਪਾਵਨ ਮੁਖ ਵਾਕ ਵਿੱਚ ਫਰਮਾਨ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜੇ ਸੰਤ ਜਨ ਹਨ, ਉਹ ਅੰਦਰੂਨੀ ਜਿਹੜੀ ਅਗਨ ਹੈ ਬਦਲੇ ਦੀ ਜਾਂ ਭਾਵਨਾ ਦੀ, ਉਸ ਨੂੰ ਮਿਟਾ ਕੇ ਉਹਨੂੰ ਤ੍ਰਿਸ਼ਨਾ ਦੀ ਅਗਨ ਦੇ ਤਲ 'ਤੇ ਦਗਧ ਕਰ ਦਿੰਦੇ ਹਨ, ਸਮਾਪਤ ਕਰ ਦਿੰਦੇ ਹਨ। ਇਸ ਪ੍ਰਕਾਰ ਵਸਿਅੰ ਕਰੋਤ ਪੰਚ ਤਸਕਰ। ਸੋ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸੰਤਾਂ ਦੇ ਜੀਵਨ ਦੀ ਉਪਮਾ ਸੂਰਬੀਰਾਂ ਦੇ ਤੌਰ 'ਤੇ ਕਿ ਉਹਨਾਂ ਦੇ ਸ਼ਸਤਰ ਕਿਹੋ ਜਿਹੇ ਹੁੰਦੇ ਨੇ, ਸ਼ਸਤਰਾਂ ਨੂੰ ਧਾਰਨ ਕਿਵੇਂ ਕਰਦੇ ਨੇ, ਉਹਨਾਂ ਦੇ ਯੁੱਧ ਦਾ ਮੈਦਾਨ ਕਿਹੜਾ ਹੁੰਦਾ, ਲੜਦੇ ਕਿਸ ਢੰਗ ਨਾਲ ਹਨ, ਬੜੇ ਵਿਸਥਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਤਾਂ ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਆਪਣੇ ਕਵਿਤਾਂ ਦੇ ਵਿੱਚ ਇੱਕ ਸੰਖੇਪ ਜੀ ਵਿਆਖਿਆ ਆਪਦੇ ਸਨਮੁਖ ਰੱਖਾਂ। ਉਹ ਵੀ ਗੁਰਸਿੱਖ ਰਾਜੇ ਹੁੰਦੇ ਨੇ, ਇਹਨਾਂ ਬਾਬਤ ਫਰਮਾਉਂਦੇ ਹਨ। ਆਖਦੇ ਹਨ ਕਿ ਉਹਨਾਂ ਦਾ ਸਿੰਘਾਸਨ ਕੀ ਹੁੰਦਾ। ਕਹਿੰਦੇ ਜਤ ਸਤ ਸਿੰਘਾਸਨ, ਕਿ ਸਦਾ ਹੀ ਆਪਣੇ ਗਿਆਨ ਕਰਮ ਇੰਦਰੀਆਂ ਨੂੰ ਬ੍ਰਹਮਚਰਜ ਦੇ ਕੇਂਦਰਿਤ ਰੱਖਣਾ ਉਹਨਾਂ ਦਾ ਸਿੰਘਾਸਨ ਹੁੰਦਾ ਹੈ। ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ, ਅਤੇ ਉਹਨਾਂ ਗੁਰਸਿੱਖ ਰਾਜਿਆਂ ਦੇ ਮੰਤਰੀ ਕਿਹੜੇ ਹੁੰਦੇ ਹਨ? ਸਹਿਜ ਅਤੇ ਸੰਤੋਖ, ਜਿਹੜੇ ਹਰ ਵੇਲੇ ਉਹਨਾਂ ਨੂੰ ਇੱਕ ਦੀਰਘ ਸਲਾਹ ਦਿੰਦੇ ਹਨ। ਸਹਿਜ ਸੰਤੋਖ ਮੰਤਰੀ ਧਰਮ ਧੀਰਜ ਤੁਜਾ, ਅਤੇ ਕਹਿੰਦੇ ਤੇ ਉਹਨਾਂ ਦਾ ਨਿਸ਼ਾਨ ਕੀ ਹੁੰਦਾ? ਝੰਡਾ ਕੀ ਹੁੰਦਾ? ਧੀਰਜ। ਅਬ ਚੱਲ ਰਾਜ ਹੈ, ਅਤੇ ਇਹ ਨਹੀਂ ਕਿ ਉਹਨਾਂ ਦਾ ਰਾਜ ਕਿਸੇ ਇੱਕ ਦੇਸ਼ ਵਿੱਚ ਇੱਕ ਪ੍ਰਦੇਸ਼ ਵਿੱਚ ਚੱਲਦਾ ਹੈ, ਜਿੱਥੇ ਜਾ ਕੇ ਉਹ ਬੈਠ ਜਾਂਦੇ ਹਨ ਉੱਥੇ ਹੀ ਉਹਨਾਂ ਦਾ ਰਾਜ ਕਾਇਮ ਹੋ ਜਾਂਦਾ ਹੈ। ਸਿਵ ਨਗਰੀ ਨਿਵਾਸ, ਜਿਵੇਂ ਰਾਜਾ ਆਪਣੇ ਵਿਸ਼ੇਸ਼ ਮਹੱਲਾਂ ਵਿੱਚ ਰਹਿੰਦਾ ਹੈ, ਇਸੇ ਪ੍ਰਕਾਰ ਗੁਰਮੁਖ ਦਸਮ ਦੁਆਰ ਵਿੱਚ ਰਹਿੰਦੇ ਹਨ, ਜਿੱਥੇ ਕੋਈ ਦੁੱਖ ਭੁੱਖ ਉਸਤਤ ਨਿੰਦਾ ਜਨਮ ਮਰਨ ਨਹੀਂ ਹੈ। ਦਇਆ ਦੁਲਹਨੀ ਮਿਲੀ, ਅਤੇ ਕਹਿੰਦੇ ਉਹਨਾਂ ਦੀ ਪਟਰਾਣੀ ਦਇਆ ਹੁੰਦੀ ਹੈ, ਜਿਹੜੀ ਹਰ ਵੇਲੇ ਉਹਨਾਂ ਨੂੰ ਸ਼ੁਭ ਕਰਮ ਕਰਨ ਦੇ ਲਈ ਭਾਵ ਅਰਧਾਂਗਨੀ ਬਣ ਕੇ ਰਹਿੰਦੀ ਹੈ। ਸ਼ਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ, ਭਾਗ ਤਉ ਭੰਡਾਰੀ ਭਾਉ ਭੋਜਨ ਸਕਾਜ ਹੈ। ਜਿਵੇਂ ਰਾਜਿਆਂ ਦਾ ਖਜ਼ਾਨਾ ਉਹਨਾਂ ਨੇ ਬਾਹਰੀ ਰੂਪ ਸੰਗ੍ਰਹਿਤ ਕੀਤਾ ਹੁੰਦਾ ਹੈ, ਗੁਰਮੁਖ ਸੰਤ ਜਨ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੂੰ ਜਿਵੇਂ ਚਾਹੁਣ ਵਰਤ ਸਕਦੇ ਹਨ, ਅਤੇ ਉਹਨਾਂ ਦਾ ਭੋਜਨ ਭਾਉ ਭੋਜਨ ਸਕਾਜ ਹੈ, ਅਤੇ ਪ੍ਰੇਮ ਉਹਨਾਂ ਦਾ ਭੋਜਨ ਹੁੰਦਾ ਹੈ। ਅਰਥ ਵਿਚਾਰ ਪਰਮਾਰਥ ਕੈ ਰਾਜਨੀਤ, ਕਹਿੰਦੇ ਗੁਰਸਿੱਖਾਂ ਦੀ ਰਾਜਨੀਤੀ ਕਿਹੋ ਜਿਹੀ ਹੁੰਦੀ ਹੈ ਕਿ ਉਹ ਸਦਾ ਪਰਮਾਰਥ ਦੇ ਅਰਥਾਂ ਦੀ ਵਿਚਾਰ ਕਰਦੇ ਹਨ ਕਿ ਜਨਮ ਕਿਸ ਪ੍ਰਕਾਰ ਸਫਲ ਕੀਤਾ ਜਾਣਾ ਹੈ। ਛਤਰ ਪੱਤਰ ਛਿਮਾ ਛਤਰ ਛਾਇਆ ਸਭ ਸਾਧ ਹੈ, ਅਤੇ ਕਿਸ ਪ੍ਰਕਾਰ ਉਹ ਆਪਣਾ ਛਤਰ ਫਰਾਉਂਦੇ ਹਨ, ਹਰ ਵੇਲੇ ਖਿਮਾ ਦਾ ਸੁਭਾਅ ਧਾਰਨ ਕਰਕੇ ਰੱਖਦੇ ਹਨ, ਹਲੇਮੀ ਰਾਜ ਦੇ ਵਾਰਸ ਬਣ ਕੇ ਰਹਿੰਦੇ ਹਨ। ਤਾਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਆਨੰਦ ਸਮੂਹ ਸੁਖ ਸ਼ਾਂਤ ਪ੍ਰਜਾ ਪ੍ਰਸੰਨ, ਜਗਮਗ ਜੋਤ ਅਨਹਦ ਧੁਨ ਬਾਜ ਹੈ। ਅਤੇ ਇਸੇ ਪ੍ਰਕਾਰ ਕਿ ਗੁਰਸਿੱਖਾਂ ਦੇ ਐਸੇ ਰਾਜ ਦੇ ਵਿੱਚ ਸਾਰੀ ਪ੍ਰਜਾ ਸੁਖੀ ਵਸਦੀ ਹੈ, ਕਿਉਂਕਿ ਸਾਰੇ ਮਨ ਦੇ ਤਲ ਤੋਂ ਉੱਪਰ ਉੱਠ ਜਾਂਦੇ ਹਨ, ਸਾਰਿਆਂ ਦੇ ਜੀਵਨ ਵਿੱਚ ਪ੍ਰੇਮ ਦਾ ਗੁਣ ਸਮਾ ਜਾਂਦਾ ਹੈ, ਅਤੇ ਇਸ ਪ੍ਰਕਾਰ ਪਰਮੇਸ਼ਰ ਦੀ ਬਖਸ਼ਿਸ਼ ਵਰਤਦੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਲੋਕ ਦੁਆਰਾ ਸਾਨੂੰ ਐਸੀ ਸੋਝੀ ਦ੍ਰਿੜ ਕਰਵਾਈ ਹੈ ਕਿ ਸਾਨੂੰ ਸੰਤ ਦੇ ਬਾਰੇ ਜਰਾ ਜਿੰਨਾ ਵੀ ਭਰਮ ਨਹੀਂ ਰਹਿਣਾ ਚਾਹੀਦਾ। ਹੁਣ ਸਤ ਸੰਗਤ ਦੇ ਵਿੱਚ ਵਿਚਾਰ ਕਰਨ ਦਾ ਲਾਭ ਕੀ ਹੁੰਦਾ ਕਿ ਜਦੋਂ ਮਨੁੱਖ ਕਿਸੇ ਵਿਸ਼ੇ ਬਾਰੇ ਵਿਚਾਰ ਸੁਣਦਾ ਹੈ ਗੁਰੂ ਸਾਹਿਬ ਜੀ ਦੁਆਰਾ ਬਖਸ਼ਿਸ਼, ਤਾਂ ਉਹਦੀ ਬੁੱਧੀ ਦੇ ਕਈ ਭਰਮ ਵਿਨਸਦੇ ਹਨ। ਫਿਰ ਉਹਨੂੰ ਪਤਾ ਲੱਗਦਾ ਕਿ ਗੁਰਬਾਣੀ ਦੁਆਰਾ ਤਾਂ ਮੈਂ ਸੰਤ ਇਸ ਤਰ੍ਹਾਂ ਦਾ ਜਾਣਿਆ, ਜਿਹਨੂੰ ਮੈਂ ਮੰਨ ਰਿਹਾ ਉਹ ਇਸ ਤਰ੍ਹਾਂ ਦਾ ਹੈ। ਫਿਰ ਉਹਦੀ ਭਟਕਣਾ ਜੇ ਤਾਂ ਮੁਕੰਮਲ ਹੋਵੇ ਤਾਂ ਉਹਦਾ ਵਿਕਾਸ ਹੋ ਜਾਂਦਾ ਹੈ, ਜੇ ਅਧੂਰੀ ਹੋਵੇ ਤਾਂ ਫਿਰ ਉਹਦੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ। ਇਸ ਪ੍ਰਕਾਰ ਇਹਨਾਂ 3 ਸ਼ਲੋਕਾਂ ਦੁਆਰਾ, ਕੱਲ੍ਹ ਵਾਲੇ 2, ਅੱਜ ਵਾਲੇ 2, 1 ਸ਼ਲੋਕ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੰਤ ਜਨਾਂ ਦੇ ਬਾਰੇ ਭਰਪੂਰ ਗਿਆਨ ਦ੍ਰਿੜ ਕਰਵਾਇਆ। ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਸ਼ਲੋਕਾਂ ਦਾ ਪਾਵਨ ਭਾਵ ਉਪਦੇਸ਼ ਵਸ ਜਾਏ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ